ਪਹਿਲਾਂ ਮੀਟਿੰਗ ਹੋਈ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਦੇ ਨਾਲ ਤਾਂ ਇੰਦਰਾ ਗਾਂਧੀ ਨੇ ਜੋ ਇਹ ਲਿਖਦੇ ਨੇ ਕਿ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ ਪਰ ਉਹਨਾਂ ਨੇ ਸਿੱਧਾ ਇਹੀ ਕਿਹਾ ਕਿ ਮੈਂ ਤਾਂ ਗੋਲਡਨ ਟੈਂਪਲ ਤੇ ਬੰਬ ਸਿੱਟਣ ਨੂੰ ਤਿਆਰ ਹਾਂ। ਇਹ ਵੀ ਲਿਖਦੇ ਨੇ ਕਿ ਪੁਲਿਸ 'ਚ ਇੰਨੀ ਜ਼ਿਆਦਾ ਇੰਟਰਫੇਰੈਂਸ ਕਿ ਕਾਂਸਟੇਬਲ ਦੀ ਪੋਸਟਿੰਗ ਦੇ ਲਈ ਵੀ ਦਰਬਾਰਾ ਸਿੰਘ ਤੇ ਪ੍ਰੈਜ਼ੀਡੈਂਟ ਜ਼ੈਲ ਸਿੰਘ ਦੀ ਆਪਸ ਖਿੱਚੋਤਾਣ ਹੁੰਦੀ ਸੀ। ਕਿਵੇਂ ਇੱਕ ਪਾਇਲ ਦੇ ਵਿੱਚ 4 ਮੈਂਬਰ ਇੱਕ ਫੈਮਿਲੀ ਦੇ ਸੀ ਜਿਨ੍ਹਾਂ ਦਾ ਮਰਡਰ ਕੀਤਾ ਗਿਆ ਤੇ ਜਿਹਦੇ 'ਚ ਉਹਨਾਂ ਨੇ ਕਾਂਗਰਸ ਲੀਡਰ ਦਾ ਨਾਮ ਲਿੱਤਾ ਕਿ ਉਹਨਾਂ ਨੇ ਮਰਡਰ ਕਰਵਾਇਆ ਸੀ ਤੇ ਬਾਅਦ ਵਿੱਚ ਉਸ ਨੂੰ ਟੈਰਰਿਸਟ ਐਕਟੀਵਿਟੀ ਡਿਕਲੇਅਰ ਕਰ ਦਿੱਤੀ ਗਈ। ਇੰਦਰਾ ਗਾਂਧੀ ਦਾ ਭਿੰਡਰਾਂ ਵਾਲੇ ਨਾਲ ਐਸੋਸੀਏਸ਼ਨ ਸੀ। ਇੰਦਰਾ ਗਾਂਧੀ ਨੂੰ ਕਿਸ ਚੱਲਦੀ ਭੁੱਖ ਕਿ ਜਾਂ ਉਹਨੂੰ ਲੱਗਦਾ ਸੀ ਕਿ ਮਿਨੋਰਟੀ ਨੂੰ ਕੁਚਲ ਕੇ ਇੱਕ ਵਾਰ ਫਿਰ ਸਰਕਾਰ ਬਣਾਈ ਜਾਵੇ, ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਐਡਾ ਵੱਡਾ ਜਿਹੜਾ ਤੁਸੀਂ ਕਦਮ ਚੁੱਕਿਆ ਉਹਦੀ ਭਰਪਾਈ ਤੁਹਾਨੂੰ ਕਰਨੀ ਪਏਗੀ। ਪਿਛਲੇ ਗਵਰਨਰ ਸੀਗੇ AP ਸ਼ਰਮਾ, ਉਹਨਾਂ ਨੇ ਇੱਦਾਂ ਦੇ ਹਾਲਾਤ ਪੈਦਾ ਕਰਤੇ ਸੀ ਕਿ ਪੰਜਾਬ 'ਚ ਸਿਵਲ ਵਾਰ ਲੱਗ ਸਕਦੀ ਸੀ। ਝੂਠਾ ਵਾਕਿਆ ਬਣਾਇਆ ਗਿਆ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਨੇ ਤੇ ਇੱਥੇ ਆਰਮੀ ਆਪਰੇਸ਼ਨ ਅਤੇ ਸਪੈਸ਼ਲੀ ਆਪਰੇਸ਼ਨ ਬਲੂ ਸਟਾਰ ਗੋਲਡਨ ਟੈਂਪਲ 'ਤੇ ਜਿਹੜਾ ਹਮਲਾ ਉਹ ਕੀਤਾ ਜਾਵੇ। ਕੋਵਿਡ ਇੰਟੈਲੀਜੈਂਸ ਨੇ ਇੰਦਰਾ ਗਾਂਧੀ ਨੂੰ ਇਨਫੋਰਮ ਕੀਤਾ ਸੀ ਕਿ ਜੂਨ 3 ਨੂੰ ਗੋਲਡਨ ਟੈਂਪਲ ਤੋਂ ਖਾਲਿਸਤਾਨ ਅਨਾਊਂਸ ਕਰ ਦਿੱਤਾ ਜਾਏਗਾ, ਜਿਸ ਕਰਕੇ ਤੁਹਾਨੂੰ ਉੱਥੇ ਮਤਲਬ ਆਰਮੀ ਨੂੰ ਭੇਜਣਾ ਪਏਗਾ। ਪਹਿਲਾਂ ਪਲਾਨ ਸੀਗਾ ਟੂ ਅਟੈਕ ਦੀ ਗੋਲਡਨ ਟੈਂਪਲ, ਉਹ ਜੂਨ 3 ਨੂੰ ਡਿਸਾਈਡ ਕੀਤਾ ਗਿਆ ਸੀ ਕਿ ਆਰਮੀ ਐਂਟਰ ਕਰ ਜਾਏਗੀ। ਜਿਹੜਾ ਦਰਬਾਰ ਸਾਹਿਬ 'ਤੇ ਹਮਲਾ ਉਹ ਇੰਦਰਾ ਗਾਂਧੀ ਇੰਨਾ ਨਫ਼ਰਤ ਕਰਦੀ, ਅਕਾਲੀਆਂ ਤੋਂ ਕਰਦੀ, ਸਿੱਖਾਂ ਤੋਂ ਕਰਦੀ, ਕਿਉਂਕਿ ਵੀ ਉਹਨਾਂ ਨੂੰ ਦਰਬਾਰ ਸਾਹਿਬ 'ਤੇ ਹਮਲਾ ਕਰਨ ਤੋਂ ਕੋਈ ਡਰ ਨਹੀਂ ਲੱਗਾ, ਗੁਰੇਜ਼ ਨਹੀਂ ਲੱਗਾ। ਕਿਤੇ ਨਾ ਕਿਤੇ ਅਕਾਲੀ ਦਲ ਨੂੰ ਦਬਾਉਣ ਵਾਸਤੇ, ਕਿਉਂਕਿ ਉਸ ਸਮੇਂ ਪੰਜਾਬ ਦੇ ਵਿੱਚ ਅਕਾਲੀ ਦਲ ਸੀ, ਹੋਰ ਤਾਂ ਕੋਈ ਪਾਰਟੀ ਨਹੀਂ ਸੀ, ਉਹ ਟਾਰਗੇਟ ਹੋ ਰਹੇ ਸੀ। ਉਸ ਟਾਰਗੇਟ ਉਹਨਾਂ ਨੂੰ ਟਾਰਗੇਟ ਚੱਕਰ 'ਚ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਵਿਉਂਤਬੰਦੀ ਬਣਾਈ ਜਾਂ ਸਬਕ ਸਿਖਾਇਆ ਗਿਆ ਕਿ ਜਿੰਨੇ 1984 'ਚ ਸਿੱਖਾਂ ਦੀ ਮੌਤ ਹੋਈ ਹੈਗੀ ਹੈ ਅਨਓਫੀਸ਼ੀਅਲ ਫਿਗਰਸ, ਉਹ ਨੰਬਰ ਪੰਜਾਬ 'ਚ ਜਿੰਨੇ ਵੀ ਡੈਥਸ ਹੋਏ ਨੇ ਜੀ ਹਾਂ ਉਹ ਉਸ ਤੋਂ ਕਿਤੇ ਵੱਧ ਸੀਗੀ। ਆਖਰ ਇੰਦਰਾ ਗਾਂਧੀ ਨੇ ਜਿਹੜੀ ਪਲਾਨ ਜਿਸ ਹੁਣ ਤੱਕ ਕਹੀਏ ਕਿ ਕਰਨਾ ਪਿਆ ਜੀ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ, BJP ਕਹਿੰਦੀ ਸੀ ਕਿ ਉਹਨੂੰ ਬਾਹਰ ਕੱਢੋ, ਕਿਉਂਕਿ ਮਾਈ ਕੰਟਰੀ ਮਾਈ ਲਾਈਫ 'ਚ ਅਡਵਾਨੀ ਸਾਹਿਬ ਕਹਿੰਦੇ ਸੀ ਪ੍ਰੈਸ਼ਰ ਪਾਇਆ ਇੰਦਰਾ ਗਾਂਧੀ 'ਤੇ। ਪਾਕਿਸਤਾਨ ਬਾਰੇ ਡੈਫੀਨਿਟਲੀ ਰੈਫਰੈਂਸ ਦਿੱਤਾ ਇਹਨਾਂ ਨੇ, ਲਿਖਿਆ ਕਿ ਉੱਥੋਂ ਕਿਵੇਂ ਵੈਪਨਸ ਐਂਡ ਦੂਜੀ ਹੈਲਪ ਆ ਰਹੀ ਸੀ, ਕਿਵੇਂ ਪੁਲਿਸ ਦੇ ਹਰ ਚੀਜ਼ ਵਿੱਚ ਪੁਲਿਸ ਫੇਲਰ, ਪੰਜਾਬ ਪੁਲਿਸ ਫੇਲਰ ਨੂੰ ਹੀ ਬੋਲਦੇ ਹੈ। ਸ੍ਰੀ ਦਰਬਾਰ ਸਾਹਿਬ 'ਤੇ ਜਿਹੜਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਹਮਲਾ ਕੀਤਾ ਗਿਆ ਸੀ, ਬਹੁਤ ਸਾਰੀਆਂ ਕਿਤਾਬਾਂ ਆ ਚੁੱਕੀਆਂ ਔਰ ਬਹੁਤ ਸਾਰੇ ਲੋਕ ਕਹਿ ਚੁੱਕੇ ਨੇ ਕਿ ਉਹ ਜਿਹੜਾ ਹਮਲਾ, ਜਿਹੜਾ ਅਟੈਕ ਕੀਤਾ ਗਿਆ ਹੈਗਾ, ਉਹਨੂੰ ਟਾਲਿਆ ਜਾ ਸਕਦਾ ਸੀ। ਬਹੁਤ ਸਾਰੀਆਂ ਕਿਤਾਬਾਂ ਆਈਆਂ ਨੇ ਔਰ ਖਾਸ ਕਰਕੇ ਉਹ ਜਿਹੜੇ ਕਿਤਾਬਾਂ ਨੇ ਵਿਦਵਾਨਾਂ ਵੱਲੋਂ ਲਿਖੀਆਂ ਗਈਆਂ ਹੈਗੀਆਂ, ਲੇਕਿਨ ਜਿਹੜੀ ਅੱਜ ਅਸੀਂ ਕਿਤਾਬ ਦਾ ਜ਼ਿਕਰ ਕਰਾਂਗੇ ਇਹ ਕਿਸੇ ਆਮ ਬੰਦੇ ਨੇ ਨਹੀਂ ਲਿਖੀ ਜਾਂ ਆਮ ਕਿਸੇ ਆਫਿਸਰ ਨੇ ਨਹੀਂ ਲਿਖੀ। ਇਹ ਲਿਖੀ ਆ ਖੁਦ ਜਿਹੜੇ ਪੰਜਾਬ ਦੇ ਉਸ ਸਮੇਂ ਜਿਹੜੇ ਗਵਰਨਰ ਰਹੇ ਸੀ, ਉਹਨਾਂ ਨੇ ਕਿਤਾਬ ਲਿਖੀ ਆ। ਪੰਜਾਬ ਦੇ ਗਵਰਨਰ ਰਹਿ ਚੁੱਕੇ ਨੇ BD ਪਾਂਡੇ, ਹਾਲਾਂਕਿ ਉਹਨਾਂ ਦੀ ਮੌਤ ਹੋ ਚੁੱਕੀ ਆ। ਉਹਨਾਂ ਦੀ ਧੀ ਰਤਨੈਮ ਸੁਦਰਸ਼ਨ ਵੱਲੋਂ ਕਿਤਾਬ ਲਿਖੀ ਗਈ, ਲੇਕਿਨ ਇਹ ਕਿਤਾਬ ਨੇ ਪੰਜਾਬ ਨੂੰ ਇੱਕ ਵਾਰ ਫਿਰ ਲਾਜ਼ਮੀ ਤੌਰ 'ਤੇ ਹਿਲਾ ਕੇ ਰੱਖੇਗੀ। ਜਿਹੜੇ ਖਾਸ ਕਰਕੇ ਜਿਹੜੇ ਲੋਕ ਨਿਆਂ ਪਸੰਦ ਕਰਦੇ ਨੇ, ਜਿਹੜੇ ਲੋਕ ਮਾਨਵਤਾ ਦੀ ਗੱਲ ਕਰਦੇ ਨੇ, ਕਿ ਇੱਦਾਂ ਦਾ ਜਿਹੜਾ ਨਰੇਟਿਵ ਬਿਲਟ ਕੀਤਾ ਗਿਆ ਉਸ ਸਮੇਂ, ਜਾਂ ਕਹਿ ਸਕਦੇ ਕਿ ਇੱਦਾਂ ਦਾ ਮਾਹੌਲ ਸਿਰਜਿਆ ਗਿਆ ਸੀ। ਮਾਹੌਲ ਸਿਰਜ ਕੇ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਅਤੇ ਕੀ ਉਹ ਮਿਨੋਰਟੀ ਨੂੰ ਇੱਕ ਸਬਕ ਸਿਖਾਉਣਾ ਸੀ? ਜੇ ਸਬਕ ਸਿਖਾਉਣ ਦੀ ਇੱਕ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਕਹਿ ਸਕਦੇ ਕਿ ਉਹਨਾਂ ਨੂੰ ਲੋੜ ਸੀ, ਇਹ ਇਸ ਕਿਤਾਬ ਦੇ ਵਿੱਚ ਜ਼ਿਕਰ ਆ। ਅੱਜ ਇਹ ਕਿਤਾਬ ਜਿਹੜੀ ਆ ਉਹ ਸਾਡੇ ਹੱਥਾਂ 'ਚ ਤੁਸੀਂ ਦੇਖ ਵੀ ਸਕਦੇ ਨੇ, ਇਨ ਦਾ ਸਰਵਿਸ ਆਫ ਫਰੀ ਇੰਡੀਆ, ਕਿਉਂਕਿ BD ਪਾਂਡੇ ਗਵਰਨਰ ਬਣਨ ਤੋਂ ਪਹਿਲਾਂ ਇੰਡੀਆ ਦੇ IAS ਆਫਿਸਰ ਵੀ ਰਹਿ ਚੁੱਕੇ ਨੇ। ਪਰ ਇਸ 'ਤੇ ਅਸੀਂ ਚਰਚਾ ਕਰਾਂਗੇ ਕਿਉਂਕਿ ਇਹ ਕਿਤਾਬ ਬਾਰੇ ਜਿਹੜਾ ਖਬਰ ਵੀ ਛਪ ਚੁੱਕੀ ਔਰ ਦੀ ਟ੍ਰਿਬਿਊਨ ਦੇ ਬਹੁਤ ਹੀ ਸੀਨੀਅਰ ਜਰਨਲਿਸਟ ਔਰ ਖੋਜੀ ਪੱਤਰਕਾਰ ਜਪਿੰਦਰ ਜੀ ਤੋਂ ਨਾਲ ਇਹ ਖਬਰ ਕੀਤੀ ਹੈਗਾ, ਅਤੇ ਉਹਨਾਂ ਦੇ ਨਾਲ ਹੀ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਨੂੰ ਲੈ ਕੇ BD ਪਾਂਡੇ ਜੀ, ਕਿਉਂਕਿ ਉਹਨਾਂ ਦੀ ਮੌਤ ਹੋ ਚੁੱਕੀ, ਉਹਨਾਂ ਦੀ ਧੀ ਨੇ ਕਿਤਾਬ ਲਿਖੀ ਆ ਬਾਅਦ 'ਚ, ਇਹ ਪੰਜਾਬ ਦੇ ਮਾਹੌਲ ਨੂੰ ਲੈ ਕੇ ਕਿਉਂ ਇਹ ਨਰੇਟਿਵ ਬਿਲਟ ਕੀਤਾ ਗਿਆ ਸੀ, ਉਸ 'ਤੇ ਚਰਚਾ ਕਰਾਂਗੇ। ਜਪਿੰਦਰ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਫॉर ਦਿਸ। ਇਹ ਜਿਹੜੀ ਕਿਤਾਬ ਆ, ਜਿਸ ਤਰ੍ਹਾਂ ਤੁਸੀਂ ਆਪਣਾ ਇੱਕ ਪੀਸ ਵੀ ਲਿਖਿਆ ਹੈਗਾ ਕਿ ਇੰਨਾ ਜ਼ਿਆਦਾ ਮਾਹੌਲ ਸਿਰਜਿਆ ਗਿਆ, ਔਰ ਕਿਉਂਕਿ ਇੱਕ ਕਿਸੇ ਆਮ ਬੰਦੇ ਨਹੀਂ ਕਿ ਇਹ ਗਵਰਨਰ, ਕਿਉਂਕਿ ਗਵਰਨਰ ਦੀ ਬਹੁਤ ਜ਼ਿੰਮੇਵਾਰੀ ਹੁੰਦੀ ਹੈ, ਇਹ ਕੀ ਖੁਲਾਸੇ ਨੇ ਕਿਤਾਬ ਦੇ ਵਿੱਚ? ਤੁਹਾਨੂੰ ਲੱਗਦਾ ਕਿ ਵਾਕਈ ਇਹ ਜਿਹੜੀ ਕਿਤਾਬ ਤੋਂ ਬਾਅਦ
ਪੰਜਾਬ ਦੇ ਬਹੁਤ ਸਾਰੇ ਲੋਕ ਇੱਕ ਪੀੜ ਚੋਂ ਨਿਕਲਣਗੇ ਕਿ ਕਿਉਂ ਇਹ ਜਾਣਬੁੱਝ ਕੇ ਇੱਕ ਨਿਸ਼ਾਨਾ ਬਣਾਇਆ ਗਿਆ ਹੈ। ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਟਾਰਟਲਿੰਗ ਡਿਸਕਲੋਜ਼ਰਸ ਨੇ ਇਸ ਕਿਤਾਬ ਦੇ ਵਿੱਚ। ਤੇ ਜਿਵੇਂ ਤੁਸੀਂ ਕਿਹਾ, ਇੱਕ ਫਾਲਸ ਨੈਰੇਟਿਵ, ਇੱਕ ਝੂਠਾ ਵਾਕਿਆ ਬਣਾਇਆ ਗਿਆ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਨੇ ਤੇ ਇੱਥੇ ਆਰਮੀ ਆਪਰੇਸ਼ਨ ਅਤੇ ਐਸਪੈਸ਼ਲੀ ਆਪਰੇਸ਼ਨ ਬਲੂ ਸਟਾਰ ਗੋਲਡਨ ਟੈਂਪਲ 'ਤੇ ਜਿਹੜਾ ਹਮਲਾ ਉਹ ਕੀਤਾ ਜਾਵੇ। ਬੀ.ਡੀ. ਪਾਂਡੇ ਨੇ ਅਕਤੂਬਰ 1983 ਦੇ ਵਿੱਚ ਟੇਕ ਓਵਰ ਕੀਤਾ ਸੀ। ਉਦੋਂ ਪੰਜਾਬ 'ਤੇ ਗਵਰਨਰ ਰੂਲ ਸੀਗਾ। ਉਹਨਾਂ ਤੋਂ ਪਹਿਲਾਂ ਏ.ਪੀ. ਸ਼ਰਮਾ ਸੀਗੇ ਜੋ ਕਿ ਇੱਕ ਬਿਲਕੁਲ ਰਾਈਟ ਵਿੰਗ ਹਾਰਡਲਾਈਨਰ ਮੰਨੇ ਜਾ ਰਹੇ ਸੀਗੇ। ਤੇ ਪਾਂਡੇ ਜੀ ਨੇ ਆਪਣੀ ਕਿਤਾਬ ਉੱਥੋਂ ਹੀ ਸ਼ੁਰੂ ਕੀਤੀ ਹੈ। ਇਹਨਾਂ ਨੇ ਜਿਹੜੇ ਮੈਮੋਆਜ਼ ਨੇ ਆਪਣੇ, ਇਹ ਇਹਨਾਂ ਨੇ 1986 ਵਿੱਚ ਆਲਮੋਸਟ ਲਿਖ ਲਏ ਸੀਗੇ ਐਂਡ ਉਸ ਤੋਂ ਬਾਅਦ ਇਹਨਾਂ ਨੇ 1999 ਤੱਕ ਇਹਨਾਂ ਨੂੰ ਐਡਿਟ ਕਰਦੇ ਰਹੇ। ਤੇ ਉਹਨਾਂ ਨੇ ਆਪਣੀ ਬੇਟੀ ਨੂੰ ਉਦੋਂ ਕਿਹਾ ਸੀਗਾ ਕਿ ਮੇਰੀ ਮੌਤ ਤੋਂ ਐਟਲੀਸਟ 5 ਸਾਲ ਬਾਅਦ ਤੁਸੀਂ ਇਹਨਾਂ ਨੂੰ ਛਾਪਣਾ। ਸੋ ਇਹਨਾਂ ਦੀ ਡੈਥ ਹੋਈ ਹੈ 2009 ਦੇ ਵਿੱਚ ਸੋ ਹੁਣ 12 ਸਾਲ ਬਾਅਦ ਬੇਟੀ ਨੇ ਕਿਤਾਬ ਕੱਢੀ ਹੈ। ਬਿਲਕੁਲ ਸ਼ੁਰੂਆਤ ਤੋਂ ਹੀ ਇਹਨਾਂ ਨੇ ਬੜੀ ਵਿਸਫੋਟਕ ਗੱਲ ਇਹ ਕਹੀ ਕਿ ਜਿਹੜੇ ਪਿਛਲੇ ਗਵਰਨਰ ਸੀਗੇ ਏ.ਪੀ. ਸ਼ਰਮਾ, ਉਹ ਉਹਨਾਂ ਨੇ ਇੱਦਾਂ ਦੇ ਹਾਲਾਤ ਪੈਦਾ ਕਰਤੇ ਸੀ ਕਿ ਪੰਜਾਬ 'ਚ ਸਿਵਲ ਵਾਰ ਲੱਗ ਸਕਦੀ ਸੀ। ਮਤਲਬ ਜਿਸ ਤਰ੍ਹਾਂ ਇੱਕ ਸ਼ਬਦ ਆਪਾਂ ਇੱਕ ਕੱਟੜ ਯੂਜ਼ ਕਰਦੇ ਨੇ, ਜਾਂ ਕੱਟੜ ਸਿੱਖ ਵੀ ਹੋ ਸਕਦਾ, ਕੱਟੜ ਮੁਸਲਮਾਨ ਵੀ ਹੋ ਸਕਦਾ, ਜਿਹੜੇ ਗਵਰਨਰ 'ਚ ਉਹ ਕੱਟੜ ਹਿੰਦੂ ਸੀ, ਜਿਹੜੇ ਉਹਨਾਂ ਦੇ ਪਿੱਛੇ ਵਾਲੇ ਸੀਗੇ। ਹਾਂਜੀ ਬਿਲਕੁਲ, ਇਹ ਖੁਦ ਲਿਖਦੇ ਨੇ ਇਹ। ਫਿਰ ਇਹਨਾਂ ਨੇ ਲਿਖਿਆ ਕਿ ਜਦੋਂ ਮੇਰੀ ਪੋਸਟਿੰਗ ਹੋਈ ਉਦੋਂ ਇਹ ਕੈਲਕੱਟਾ ਦੇ ਗਵਰਨਰ ਸੀਗੇ ਅਤੇ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਤੂੰ ਪੰਜਾਬ 'ਚ ਜਾ ਰਿਹਾ ਹੈ, ਪੰਜਾਬ 'ਚ ਤਾਂ ਅੱਗ ਲੱਗੀ ਹੋਈ ਹੈ, ਪੰਜਾਬ ਤਾਂ ਖਤਮ ਹੋ ਰਿਹਾ, ਪੰਜਾਬ ਗਿਰ ਚੁੱਕਾ ਹੈ। ਐਂਡ ਹੈਰਾਨ ਹੋਈ ਕਿ ਜਦੋਂ ਮੈਂ ਇੱਥੇ ਆਇਆ, ਮੈਂ ਪੂਰੇ ਪੰਜਾਬ 'ਚ ਘੁੰਮਿਆ, ਮੈਨੂੰ ਕਿਤੇ ਵੀ ਕੋਈ ਵੀ ਚੀਜ਼ ਰੁਕੀ ਹੋਈ ਨਹੀਂ ਦਿਖੀ। ਸਕੂਲ ਫੰਕਸ਼ਨ ਕਰ ਰਹੇ ਹੈ, ਕਾਲਜ ਫੰਕਸ਼ਨ ਕਰ ਰਹੇ ਹੈ, ਲੋਕ ਖੇਤੀਬਾੜੀ ਕਰ ਰਹੇ ਨੇ। ਐਂਡ ਪੰਜਾਬ ਦੀ ਜਿਹੜੀ ਇੰਡਸਟਰੀ, ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਜੁਆਇਨ ਕਰਨ ਤੋਂ 2 ਮਹੀਨੇ ਦੇ ਵਿੱਚ ਜੋ ਡੇਟਾ ਇਹਨਾਂ ਨੂੰ ਮਿਲਿਆ, 100 ਕਰੋੜ ਦੀ ਨਵੀਂ ਇਨਵੈਸਟਮੈਂਟ ਹੋਈ ਪੰਜਾਬ ਵਿੱਚ। ਸੋ ਮਤਲਬ ਪੰਜਾਬ ਤੋਂ ਬਾਹਰ ਇੱਦਾਂ ਦਾ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਤਾਂ ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ, ਉੱਥੇ ਤਾਂ ਇਸ ਵਕਤ ਸੀਰੀਅਸਲੀ ਸੈਂਟਰ ਗੌਰਮੈਂਟ ਦੀ ਇੰਟਰਵੈਂਸ਼ਨ ਦੀ ਲੋੜ ਹੈ। ਸੋ ਇਹ ਕਹਿੰਦੇ ਕਿ ਇੱਦਾਂ ਦਾ ਕੁਛ ਵੀ ਨਹੀਂ ਸੀਗਾ ਉੱਥੇ। ਕਿਉਂਕਿ ਜਿਹੜੀ ਕਿਤਾਬ ਉਹਦੇ 'ਚ ਘੱਟੋ ਘੱਟ 5 ਚੈਪਟਰ ਨੇ ਪੰਜਾਬ ਬਾਰੇ, ਪੰਜਾਬ ਦਾ ਸਿੱਖ ਐਂਡ ਹਿੰਦੂਜ਼। ਇਸ ਅਧਿਆਇ ਦੇ ਵਿੱਚ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ? ਦੇਖੋ, ਸਭ ਤੋਂ ਵੱਡੀ ਗੱਲ ਜਿਹੜੀ ਇਸ ਕਿਤਾਬ ਦੇ ਵਿੱਚ ਹੈ ਕਿ ਕਿਵੇਂ ਬਿਲਡਅਪ ਕੀਤਾ ਗਿਆ ਆਪਰੇਸ਼ਨ ਬਲੂ ਸਟਾਰ ਦੇ ਵਿੱਚ, ਅਤੇ ਜੋ ਪਹਿਲੇ ਰਾਈਟਰ ਸੀਗੇ ਉਹਨਾਂ ਨੇ ਬਲੂ ਸਟਾਰ ਦਾ ਆਰਮੀ ਆਪਰੇਸ਼ਨ ਦੇ ਉੱਤੇ ਬੜਾ ਫੋਕਸ ਕੀਤਾ। ਇਹਨਾਂ ਨੇ ਅਤੇ ਉਹ ਦੂਜੇ ਰਾਈਟਰਸ ਨੇ ਫੋਕਸ ਕੀਤਾ ਕਿ ਗੋਲਡਨ ਟੈਂਪਲ ਦੇ ਅੰਦਰ ਕੀ ਹੋ ਰਿਹਾ ਸੀ। ਇਹ ਮੇਰੇ ਖਿਆਲ ਪਹਿਲੇ ਨੇ ਜਿਨ੍ਹਾਂ ਨੇ ਡੇ ਬਾਏ ਡੇ, ਆਲਮੋਸਟ ਡੇ ਬਾਏ ਡੇ ਅਕਾਊਂਟ ਦਿੱਤਾ ਹੈ ਕਿ ਆਪਰੇਸ਼ਨ ਬਲੂ ਸਟਾਰ ਤੱਕ ਕੀ ਹੋਇਆ ਅਤੇ ਅਸੀਂ ਕਿਵੇਂ ਉੱਥੇ ਤੱਕ ਪਹੁੰਚੇ। ਜਿਵੇਂ ਕਿ ਕਹਿ ਰਹੇ ਸੀ ਕਿ ਪੰਜਾਬ ਦੇ ਹਾਲਾਤ ਇੰਨੇ ਚੰਗੇ ਸੀ, ਪੰਜਾਬ ਹਰ ਚੀਜ਼ਾਂ ਵਿੱਚ ਮੋਢੀ ਸੀਗਾ, ਪ੍ਰੋਗਰੈਸਿਵ ਸੀ, ਪੰਜਾਬ ਨੂੰ ਅਵਾਰਡ ਮਿਲ ਰਹੇ ਸੀਗੇ। ਪਰ ਕਹਿੰਦੇ ਜਦੋਂ ਮੈਂ ਸੈਂਟਰ ਜਾਂਦਾ ਸੀ ਤਾਂ ਮੈਨੂੰ ਕਿਹਾ ਜਾਂਦਾ ਸੀ ਤਿਆਰੀ ਕਰੋ, ਆਰਮੀ ਅਟੈਕ ਹੋਏਗਾ। ਈਵਨ ਜਿਹੜੀ ਇਹਨਾਂ ਦੀ ਪਹਿਲਾਂ ਮੀਟਿੰਗ ਹੋਈ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਦੇ ਨਾਲ, ਤਾਂ ਇੰਦਰਾ ਗਾਂਧੀ ਨੇ ਜੋ ਇਹ ਲਿਖਦੇ ਨੇ ਕਿ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ, ਪਰ ਉਹਨਾਂ ਨੇ ਸਿੱਧਾ ਇਹੀ ਕਿਹਾ ਕਿ ਮੈਂ ਤਾਂ ਗੋਲਡਨ ਟੈਂਪਲ 'ਤੇ ਬੰਬ ਸਿੱਟਣ ਨੂੰ ਤਿਆਰ ਹਾਂ। ਬਿਲਕੁਲ, ਇਹ ਬਹੁਤ ਵੱਡੀ ਗੱਲ ਹੈ ਕਿ ਮੈਂ ਇੰਦਰਾ ਗਾਂਧੀ ਵੀ ਮੈਂ ਦਰਬਾਰ ਸਾਹਿਬ 'ਤੇ ਜੇ ਮੈਨੂੰ ਲੋੜ ਪਈ ਮੈਂ ਬੰਬ ਸੁੱਟਣ ਨੂੰ ਤਿਆਰ ਹਾਂ। ਇਹ ਨਵੰਬਰ ਵਿੱਚ ਹੀ ਉਹਨਾਂ ਨੇ ਕਹਿ ਦਿੱਤਾ, ਨਵੰਬਰ 1983 'ਚ, ਤੇ ਆਪਰੇਸ਼ਨ ਬਲੂ ਸਟਾਰ ਹੁੰਦਾ ਜੀ ਜੂਨ 1984 ਦੇ ਵਿੱਚ। ਮਤਲਬ ਇਹ ਜਿਹੜੀ ਭੂਮਿਕਾ ਬੰਦੀ ਜਾ ਚੁੱਕੀ ਸੈਂਟਰ ਵੱਲੋਂ, ਮਤਲਬ ਉਹਨਾਂ ਦਾ ਮਾਈਂਡ ਵਾਜ਼ ਰੈਡੀ। ਹਾਲਾਂਕਿ ਗਵਰਨਰ ਨੇ ਕਾਫੀ, ਇਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਇਹਨਾਂ ਨੇ ਹਿੰਦੂ ਸਿੱਖਾਂ ਬਾਰੇ ਵੀ ਬਹੁਤ ਕਿਹਾ ਕਿ ਇੰਨੇ ਪਿਆਰ ਨਾਲ ਲੋਕ ਰਹਿੰਦੇ ਸੀਗੇ, ਸਾਈਕਲ 'ਤੇ ਹਿੰਦੂ ਸਿੱਖ ਇਕੱਠੇ ਚੱਲਦੇ ਸੀਗੇ। ਇਹਨਾਂ ਨੂੰ ਕਿਤੇ ਵੀ ਕੋਈ ਵੀ ਕਮਿਊਨਲ ਐਂਗਲ ਨਹੀਂ ਮਿਲਿਆ। ਹਾਂ, ਇਹਨਾਂ ਨੇ ਕੁਝ ਹਿੰਦੂ ਹਾਰਡਲਾਈਨਰਸ ਨੂੰ ਜ਼ਰੂਰ ਬਲੇਮ ਕੀਤਾ ਹੈਗਾ, ਐਸਪੈਸ਼ਲੀ ਪਟਿਆਲੇ ਦੀ ਇੱਕ ਆਰਗੇਨਾਈਜੇਸ਼ਨ ਨੂੰ, ਕਿ ਉਹਨਾਂ ਨੇ ਦੰਗੇ ਕੀਤੇ। ਤੇ ਇੱਕ ਇਹਨਾਂ ਨੇ ਹੋਰ ਬੜੀ ਗੱਲ ਕੀਤੀ ਕਿ ਇਹ ਮੇਰੇ ਖਿਆਲ ਪਹਿਲੇ ਰਾਈਟਰ ਨੇ ਜਿਨ੍ਹਾਂ ਨੇ ਸਿੱਖ ਕਮਿਊਨਿਟੀ ਨੂੰ ਬਲੇਮ ਨਹੀਂ ਕੀਤਾ ਹੈਗਾ। ਇਹਨਾਂ ਨੇ ਹੁਣ ਤੱਕ ਬਲੇਮ ਹੀ ਹੁੰਦਾ ਰਿਹਾ ਜੀ। ਇਹਨਾਂ ਨੇ ਗੋਲਡਨ ਟੈਂਪਲ ਦੇ ਵਿੱਚ ਜੋ ਕੁਝ ਹੋਇਆ, ਪੰਜਾਬ ਦੇ ਟੈਰਰਿਜ਼ਮ 'ਚ ਹੋਇਆ, ਉਹਦੇ ਵਿੱਚ ਇਹਨਾਂ ਨੇ ਪੂਰਾ ਦਾ ਪੂਰਾ ਬਲੇਮ ਸਿੱਖ ਕਮਿਊਨਿਟੀ ਨੇ 'ਤੇ ਨਹੀਂ ਪਾਇਆ। ਇਹਨਾਂ ਨੇ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਇਹਦੇ ਵਿੱਚ ਇਹ ਲਿਖਿਆ ਹੈ ਕਿ ਸਿੱਖ ਕਮਿਊਨਿਟੀ ਕਿਵੇਂ ਏਲੀਏਨੇਟ ਹੋਈ ਸੀਗੇ, ਕਾਫੀ ਮਸਲੇ ਸੀਗੇ ਜਿਹੜੇ ਨਹੀਂ ਸੋਲਵ ਹੋਏ ਸੀ। ਅਤੇ ਇਹਨਾਂ ਨੇ ਇਹ ਵੀ ਲਿਖਿਆ ਕਿ ਕਿਵੇਂ ਜਿਹੜਾ ਇੱਕ ਬੱਸ ਕਾਂਡ ਹੋਇਆ ਸੀਗਾ ਕਪੂਰਥਲੇ ਦੇ ਨੇੜੇ, ਉੱਥੇ ਕਿਵੇਂ ਇੱਕ ਹਿੰਦੂ ਲੜਕੇ ਨੂੰ ਨਿਹੰਗ ਨੇ ਬਿਲਕੁਲ ਜੱਫੀ ਪਾ ਕੇ ਟੈਰਰਿਸਟਾਂ ਤੋਂ ਬਚਾਇਆ, ਇੱਕ ਨਿਹੰਗ ਸਿੱਖ ਨੇ। ਇਹਨਾਂ ਨੇ ਇਹ ਵੀ ਬੜੀ ਇੰਟਰਸਟਿੰਗ ਗੱਲ ਕਹੀ ਹੈ
ਕਿਤੇ ਵੀ ਕੋਈ ਇੰਸਟੈਂਸ ਨਹੀਂ ਹੋਇਆ ਜਿੱਥੇ ਸਿੱਖਾਂ ਨੇ ਇੱਕ ਮੌਬ ਬਣ ਕੇ ਜਾਂ ਹਜੂਮ ਬਣ ਕੇ ਹਿੰਦੂਆਂ ਤੇ ਅਟੈਕ ਕੀਤਾ ਹੋਵੇ। ਮਤਲਬ ਟਾਰਗੇਟ ਨਹੀਂ ਹੋਏ। ਟਾਰਗੇਟ ਨਹੀਂ ਹੋਏ ਹੈ। ਅੱਛਾ, ਜਿਸ ਉਹ ਜਿਹੜਾ ਇੱਕ ਜ਼ਿਕਰ ਮੈਂ ਲੱਭਣ ਦੀ ਕੋਸ਼ਿਸ਼ ਕਰਾਂ, ਕਿਉਂਕਿ ਤੁਸੀਂ ਸਾਰੀ ਕਿਤਾਬ ਗੋ ਥਰੂ ਹੋਏ ਜੀ, ਉਹ ਚੈਪਟਰ ਕਿੱਥੇ ਜਿੱਥੇ ਇੰਦਰਾ ਗਾਂਧੀ ਏਡਾ ਵੱਡਾ ਬੋਲਡ ਸਟੈਪ ਲੈਣ ਨੂੰ ਤਿਆਰ ਹੈ ਕਿ ਜੇ ਲੋਕ ਮੈਂ ਬੰਬ ਸੁੱਟਣ ਨੂੰ ਵੀ ਤਿਆਰ ਹਾਂ, ਇਹ ਪਰ ਇਹ ਵਾਲਾ ਹੀ ਨਾ। ਹਾਂਜੀ, ਅਸੀਂ ਇੱਕ ਵਾਰ ਦਰਸ਼ਕਾਂ ਨੂੰ ਲਾਈਨਾਂ ਪੜ੍ਹ ਕੇ ਸੁਣਾ ਦਿੰਦੇ ਹਾਂ ਕਿ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਮੇਰੇ ਕੋਲ ਇਹ ਲਾਈਨਾਂ ਨੇ ਜੀ। ਹਾਂਜੀ ਬਿਲਕੁਲ, ਇਹ ਇਹਨਾਂ ਨੇ ਜਿੱਥੇ ਹਾਂਜੀ ਇਹਨਾਂ ਨੇ ਮੇਰੇ ਖਿਆਲ 27 ਅਕਤੂਬਰ ਨੂੰ ਜੁਆਇਨ ਕੀਤਾ ਸੀ ਤੇ ਮਿਡ ਨਵੰਬਰ ਯਾਨੀ 3 ਹਫ਼ਤੇ ਤੋਂ ਬਾਅਦ ਇਹਨਾਂ ਦੀ ਪਹਿਲੀ ਮੀਟਿੰਗ ਹੋਈ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨਾਲ ਐਜ਼ ਗਵਰਨਰ। ਸੋ ਇਹਨਾਂ ਨੇ ਹਾਂ ਬਿਲਕੁਲ ਇਹ ਲਾਈਨਾਂ ਅਸੀਂ ਇੱਕ ਵਾਰ ਦਰਸ਼ਕਾਂ ਨੂੰ ਪੜ੍ਹ ਕੇ ਸੁਣਾ ਦਿੰਦੇ ਕਿ ਕੁਝ ਹੀ ਦਿਨ ਉਹ ਕਹਿ ਰਹੇ ਕਿ ਉਸ ਤੋਂ ਗਵਰਨਰ ਬਣਨ ਤੋਂ ਬਾਅਦ ਮੇਰੀ ਵਿਜ਼ਿਟ ਅੰਮ੍ਰਿਤਸਰ, ਉਸ ਤੋਂ ਬਾਅਦ ਉਹ ਦਿੱਲੀ ਜਾਂਦੇ ਨੇ। ਆਈ ਵੈਂਟ ਟੂ ਦਿੱਲੀ ਟੂ ਮੀਟ ਦਾ ਪ੍ਰਾਈਮ ਮਿਨਿਸਟਰ ਫॉर ਦੀ ਫਸਟ ਟਾਈਮ ਸਿੰਸ ਆਈ ਹੈਡ ਟੇਕਨ ਓਵਰ ਐਟ ਚੰਡੀਗੜ੍ਹ। The meeting was pleasant enough and I reviewed the situation in Punjab. Mrs. Gandhi, however, stressed the determination to stamp out these terrorists and said that all measures must be taken to do that. Moreover, she added that ਇਹ ਲਾਈਨਾਂ ਜਿਹੜੀਆਂ ਨੇ ਲਾ ਕੇ ਰੱਖਣਗੀਆਂ ਸਾਰੇ ਲੋਕਾਂ ਨੂੰ। She added that she would not hesitate to bomb the Golden Temple if she had to do. ਇਹ ਦੇਖੋ ਕਿੱਡਾ ਵੱਡਾ ਕਿਹਾ ਕਿ ਦਰਬਾਰ ਸਾਹਿਬ 'ਤੇ ਜਿਹੜੀ ਜਾਂ ਕਹਿ ਸਕਦੇ ਕਿ ਇਹ ਜਿਹੜੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਉਹਦੀ ਲੋੜ ਨਹੀਂ ਸੀ, ਲੋਕਾਂ ਨੇ ਪਹਿਲਾਂ ਕਿਹਾ ਟਾਲਿਆ ਜਾ ਸਕਦਾ ਹੈ। ਮਤਲਬ ਇਹ ਕਿਸੇ ਦਾ ਇਹ ਸਾਰਿਆਂ ਦਾ ਸਾਂਝਾ, ਕਿਉਂਕਿ ਦਰਬਾਰ ਸਾਹਿਬ ਸਾਰੇ ਧਰਮਾਂ ਦੇ 4 ਦਰਵਾਜ਼ੇ ਖੁੱਲ੍ਹੇ ਨੇ। ਇਹ ਬਕਾਇਦਾ ਟਾਰਗੇਟ ਕਿ ਕਿੰਨਾ ਲੋਕਾਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉੱਥੇ ਤਾਂ ਸਾਰੇ ਧਰਮ ਜਾਂਦੇ, ਲੇਕਿਨ ਇਹ ਕਹਿ ਸਕਦੇ ਕਿ ਸਿੱਖਾਂ ਦਾ ਇੱਕ ਮੱਕਾ। ਜੀ ਬਿਲਕੁਲ, ਇਹਨਾਂ ਨੇ ਅੱਗੇ ਵੀ ਜ਼ਿਕਰ ਕੀਤਾ ਕਿ ਜਦੋਂ ਇਹ ਗੋਲਡਨ ਟੈਂਪਲ ਇਹਨਾਂ ਨੇ ਵਿਜ਼ਿਟ ਕੀਤਾ ਤਾਂ ਇਹਨਾਂ ਨੂੰ ਉੱਥੇ ਕੋਈ ਵੀ ਇੱਦਾਂ ਦਾ ਮਾਹੌਲ ਨਹੀਂ ਲੱਗਿਆ। ਜੀ ਜੀ, ਕਹਿੰਦੇ ਹੋ ਸਕਦਾ ਹੈ ਲੋਕ ਛੁਪ ਗਏ ਹੋਣ। ਇਹਨਾਂ ਨੇ ਇਹ ਨਹੀਂ ਕਿਹਾ ਕਿ ਗੋਲਡਨ ਟੈਂਪਲ ਦੇ ਵਿੱਚ ਟੈਰਰਿਸਟ ਨਹੀਂ ਸੀਗੇ, ਇਹਨਾਂ ਨੇ ਇਸ ਗੱਲ ਨੂੰ ਡਿਨਾਈ ਨਹੀਂ ਕੀਤਾ। ਜੀ ਜੀ ਹਾਂ, ਇਹਨਾਂ ਨੇ ਇਹ ਜ਼ਰੂਰ ਕਿਹਾ ਕਿ ਗੋਲਡਨ ਟੈਂਪਲ ਓਨਾ ਹੀ ਹਿੰਦੂਆਂ ਦੇ ਲਈ ਇੰਪੋਰਟੈਂਟ ਹੈ ਜਿੰਨਾ ਸਿੱਖਾਂ ਦੇ ਲਈ, ਤੇ ਕਦੀ ਵੀ ਕਿਸੇ ਹਿੰਦੂ ਨੇ ਵੀ ਗੋਲਡਨ ਟੈਂਪਲ ਬਾਰੇ ਇਹਨਾਂ ਨੂੰ ਕਦੀ ਵੀ ਅਪਸ਼ਬਦ ਜਾਂ ਗਲਤ ਸ਼ਬਦ ਨਹੀਂ ਬੋਲਿਆ ਹੈਗਾ। ਅਸੀਂ ਕਿ ਜਿਸ ਤਰ੍ਹਾਂ ਕਿ ਪਟਿਆਲੇ ਦੇ ਪਾਰਟਿਕੂਲਰਲੀ ਲੋਕਾਂ ਦਾ ਨਾਮ ਜ਼ਿਕਰ ਕੀਤਾ, ਕੁਝ ਹੋਰ ਵੀ ਲੋਕ ਨੇ ਜਾਂ ਉਹ ਹਿੰਦੂ ਵੀ ਹੋ ਸਕਦੇ, ਸਿੱਖ ਵੀ ਹੋ ਸਕਦੇ, ਇੱਥੋਂ ਤੱਕ ਕਿ ਉਹਨਾਂ ਜ਼ਿਕਰ ਕੀਤਾ ਗਿਆਨੀ ਜੈਲ ਸਿੰਘ ਦਾ ਦਰਬਾਰਾ ਸਿੰਘ ਜੀ, ਉਹਨਾਂ ਦਾ ਕਿੱਡਾ ਕੀ ਰੋਲ ਸੀ। ਉਹ ਬੀਇੰਗ ਏ ਸਿੱਖ ਜਾਂ ਬੀਇੰਗ ਏ ਚੀਫ ਮਿਨਿਸਟਰ ਜਾਂ ਬੀਇੰਗ ਏ ਪੰਜਾਬ ਦੇ ਮੋਢੀ ਲੀਡਰਾਂ 'ਚ ਉਹ ਰੋਕ ਸਕਦੇ ਸੀ ਜਾਂ ਰਖਵਾ ਸਕਦੇ, ਕਿ ਉਹਨਾਂ ਦਾ ਵੀ ਯੋਗਦਾਨ ਦੱਸਿਆ ਕਿ ਭੂਮਿਕਾ ਬੜੀ ਨੈਗੇਟਿਵ ਰਹੀ ਹੈਗੀ। ਜੀ ਬਿਲਕੁਲ, ਇਹਨਾਂ ਨੇ ਉਹਨਾਂ ਬਾਰੇ ਬਿਲਕੁਲ ਇੱਕ ਸੀਕੁਐਂਸ ਦੀ ਤਰ੍ਹਾਂ ਬਿਆਨ ਕੀਤਾ ਹੈਗਾ। ਸੋ ਸੀਕੁਐਂਸ ਦਾ ਫਾਊਂਡੇਸ਼ਨ ਉਹਨਾਂ ਨੇ ਬਣਾਇਆ ਕਿ ਇੱਕ ਜਿਵੇਂ ਦਾ ਪੰਜਾਬ ਸਿਚੁਏਸ਼ਨ 'ਤੇ ਫਾਲਸ ਨੈਰੇਟਿਵ ਸੀਗਾ, ਉਵੇਂ ਨੈਰੇਟਿਵ ਸੀ ਕਿ ਪੰਜਾਬ ਪੁਲਿਸ ਖਾਲਿਸਤਾਨੀਆਂ ਨਾਲ ਮਿਲ ਗਈ ਹੈ ਅਤੇ ਉਹ ਬਿਲਕੁਲ ਇਨਇਫੈਕਟਿਵ ਹੈ ਜੀ, ਜਿਸ ਕਰਕੇ ਸਾਨੂੰ ਪੈਰਾਮਿਲਟਰੀ ਫੋਰਸ ਅਤੇ ਆਰਮੀ ਦੀ ਲੋੜ ਹੈ। ਇਹਨਾਂ ਦੇ ਬਹੁਤ ਸਖਤ ਸ਼ਬਦਾਂ ਦੇ ਨਾਲ ਫੈਕਟਸ ਐਂਡ ਫਿਗਰਸ ਨਾਲ ਪੰਜਾਬ ਪੁਲਿਸ ਨੂੰ ਡਿਫੈਂਡ ਕੀਤਾ ਹੈ ਕਿ ਇਹੋ ਜਿਹਾ ਕੋਈ ਵੀ ਮੇਜਰ ਇਨਸੀਡੈਂਟ ਨਹੀਂ ਸੀ ਜਿਸ ਬਾਰੇ ਪੰਜਾਬ ਪੁਲਿਸ ਇੰਟੈਲੀਜੈਂਸ ਨੇ ਅਲਰਟ ਨਾ ਕੀਤਾ ਹੋਵੇ। ਐਂਡ ਨਾ ਉਹਨਾਂ ਨੇ ਫਿਰ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਇੱਕ ਪਾਇਲ ਦੇ ਵਿੱਚ 4 ਮੈਂਬਰ ਇੱਕ ਫੈਮਿਲੀ ਦੇ ਸੀ ਜਿਨ੍ਹਾਂ ਦਾ ਮਰਡਰ ਕੀਤਾ ਗਿਆ, ਅਤੇ ਜਿਹਦੇ 'ਚ ਉਹਨਾਂ ਨੇ ਕਾਂਗਰਸ ਲੀਡਰ ਦਾ ਨਾਂ ਲਿੱਤਾ ਕਿ ਉਹਨਾਂ ਨੇ ਮਰਡਰ ਕਰਵਾਇਆ ਸੀ, ਅਤੇ ਬਾਅਦ ਵਿੱਚ ਉਸਨੂੰ ਟੈਰਰਿਸਟ ਐਕਟੀਵਿਟੀ ਡਿਕਲੇਅਰ ਕਰ ਦਿੱਤੀ ਗਈ। ਜਦੋਂ ਪੁਲਿਸ ਨੇ ਸੱਚੀ ਇਨਵੈਸਟੀਗੇਸ਼ਨ ਕੀਤੀ ਤਾਂ ਇਹਨਾਂ ਨੂੰ ਹੋਮ ਮਿਨਿਸਟਰ ਦੇ ਫੋਨ ਆ ਗਏ, ਸੈਂਟਰਲ ਹੋਮ ਮਿਨਿਸਟਰ ਦੇ, ਪਲੱਸ ਦਰਬਾਰਾ ਸਿੰਘ ਦੀ ਇੰਟਰਵੈਂਸ਼ਨ, ਸਰਦਾਰ ਬੇਅੰਤ ਸਿੰਘ ਜੀ ਦੀ ਇੰਟਰਵੈਂਸ਼ਨ ਹੋਈ, ਪ੍ਰੈਜ਼ੀਡੈਂਟ ਜ਼ੈਲ ਸਿੰਘ ਦੀ ਇੰਟਰਵੈਂਸ਼ਨ ਹੋਈ ਇੱਕ ਮਰਡਰ ਕੇਸ ਦੇ ਉਹਦੇ ਵਿੱਚ। ਇਹ ਵੀ ਲਿਖਦੇ ਨੇ ਕਿ ਪੁਲਿਸ 'ਚ ਇੰਨੀ ਜ਼ਿਆਦਾ ਇੰਟਰਫੇਰੈਂਸ ਕਿ ਕਾਂਸਟੇਬਲ ਦੀ ਪੋਸਟਿੰਗ ਦੇ ਲਈ ਵੀ ਦਰਬਾਰਾ ਸਿੰਘ ਅਤੇ ਪ੍ਰੈਜ਼ੀਡੈਂਟ ਜ਼ੈਲ ਸਿੰਘ ਦੀ ਆਪਸ ਖਿੱਚੋਤਾਨ ਹੁੰਦੀ ਸੀ। ਮਤਲਬ ਇਹ ਕੁੱਲ ਮਿਲਾ ਕੇ ਜਿਹੜੇ ਕਾਂਗਰਸੀਆਂ ਦੇ ਇਹ ਬੁੱਕ ਦੇ ਵਿੱਚ ਜ਼ਿਕਰ ਹੈ, ਇਟ ਮੀਨ ਕਿ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਦਬਾਉਣ ਵਾਸਤੇ, ਕਿਉਂਕਿ ਉਸ ਸਮੇਂ ਪੰਜਾਬ ਦੇ ਵਿੱਚ ਅਕਾਲੀ ਦਲ ਸੀ, ਹੋਰ ਤਾਂ ਕੋਈ ਪਾਰਟੀ ਨਹੀਂ ਸੀ, ਉਹੀ ਟਾਰਗੇਟ ਹੋ ਰਹੇ ਸੀ। ਉਸ ਟਾਰਗੇਟ ਉਹਨਾਂ ਨੂੰ ਟਾਰਗੇਟ ਚੱਕਰ 'ਚ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਵਿਉਂਤਬੰਦੀ ਬਣਾਈ ਜਾਂ ਸਬਕ ਸਿਖਾਇਆ ਗਿਆ। ਹਾਂਜੀ ਬਿਲਕੁਲ, ਇਹਦੇ ਵਿੱਚ ਲਿਖਦੇ ਨੇ ਕਿ ਜੋ ਮੈਂ ਇੰਦਰਾ ਗਾਂਧੀ ਦੇ ਪਰਸਨੈਲਿਟੀ ਨੂੰ ਅੰਡਰਸਟੈਂਡ ਕੀਤਾ ਹੈ ਮੀਟਿੰਗਸ ਦੇ ਵਿੱਚ, ਉਹ ਇਹੀ ਸੀਗੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਓਪੋਜੀਸ਼ਨ ਨੂੰ ਟੋਲਰੇਟ ਨਹੀਂ ਸੀ ਕਰ ਸਕਦੀ। ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਉਹ ਹੈਡ ਸਟਰੋਂਗ ਸੀ, ਬਹੁਤ ਡਿਟਰਮੀਨੇਸ਼ਨ ਸੀਗਾ, ਅੱਛੀਆਂ ਕੁਆਲਿਟੀ ਸੀਗੀਆਂ, ਪਰ ਉਹ ਕਿਸੇ ਵੀ ਤਰ੍ਹਾਂ ਦੀ ਓਪੋਜੀਸ਼ਨ ਨੂੰ ਨਹੀਂ ਸੀ ਟੋਲਰੇਟ ਕਰਦੀ, ਅਤੇ ਪੰਜਾਬ 'ਚ ਉਹਦੀ ਓਪੋਜੀਸ਼ਨ ਸਿਰਫ ਅਕਾਲੀ ਦਲ ਸੀਗੀ। ਐਟ ਦੀ ਸੇਮ ਟਾਈਮ ਇਹਨਾਂ ਨੇ ਕਿਹਾ ਕਿ ਇੰਟਰਸਟਿੰਗ ਗੱਲ ਜਿਸ ਤੋਂ ਅਕਾਲੀ ਦਲ 'ਤੇ ਵੀ ਵਿਅੰਗ ਕਰਦੇ ਨੇ ਕਿ ਜਦੋਂ ਮੈਂ ਗਵਰਨਰ ਬਣਿਆ ਮੈਨੂੰ ਸਾਰੀਆਂ ਪਾਰਟੀਆਂ ਨੇ ਆ ਕੇ ਮਿਲਿਆ ਅਤੇ ਸਾਰੀ ਪਾਰਟੀ ਇੱਕ ਗਰੁੱਪ 'ਚ ਯੂਨਿਟੀ ਦੇ ਨਾਲ ਆਈਆਂ ਸੀ।
ਅਕਾਲੀ ਦਲ ਇਕੱਲੀ ਇਹੋ ਜਿਹੀ ਪਾਰਟੀ ਸੀ ਜਿਹੜਾ ਇਕੱਲਾ ਲੀਡਰ ਉਹਨਾਂ ਨੂੰ ਮਿਲਣ ਆਇਆ। ਸੋ ਜਿਹੜੇ ਅਕਾਲੀ ਦਲ ਆਪਸ 'ਚ ਡਿਵਾਈਡਡ ਸੀਗੇ, ਉਹ ਵੀ ਇੱਕ ਤਰ੍ਹਾਂ ਇਹਨਾਂ ਨੇ ਉਸ 'ਤੇ ਹਿੰਟ ਕੀਤਾ ਕਿ ਜੇ ਉਹ ਯੂਨਾਈਟਿਡ ਹੁੰਦੇ ਤਾਂ ਹੋ ਸਕਦਾ ਉਹਨਾਂ ਦਾ ਕੰਟਰੀਬਿਊਸ਼ਨ ਪੰਜਾਬ ਪੀਸ ਦੇ ਲਈ ਜ਼ਿਆਦਾ ਹੁੰਦਾ। ਮਤਲਬ ਕੁੱਲ ਮਿਲਾ ਕੇ ਕਹਿਣ ਦਾ ਉਹਨਾਂ ਦਾ ਕਿ ਜਿੰਨੇ ਪੰਜਾਬ ਦੀ ਉਸ ਸਮੇਂ ਲੀਡਰਸ਼ਿਪ ਚਾਹੇ ਉਹ ਬਿਲੋਂਗ ਟੂ ਕਾਂਗਰਸ ਜਾਂ ਅਕਾਲੀ ਦਲ, ਦੋਸ਼ੀ ਤਾਂ ਹੈ ਨਹੀਂ, ਦੋਸ਼ੀ ਸਾਰੇ ਨੇ। ਮਤਲਬ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਲਿਖਿਆ ਵੀ ਇਹਦੇ ਵਿੱਚ ਰਿਕਰੂਟਮੈਂਟ, ਪੁਲਿਸ ਰਿਕਰੂਟਮੈਂਟ ਦੇ ਵਿੱਚ ਹਰ ਲੀਡਰ ਨੇ ਪੈਸੇ ਲਿੱਤੇ ਨੇ, ਇਹਨਾਂ ਨੇ ਇਹ ਵੀ ਜ਼ਿਕਰ ਕੀਤਾ ਉਹਦੇ ਵਿੱਚ। ਅੱਛਾ, ਇੱਕ ਤੇ ਸਿੱਖਾਂ ਨੇ ਕਦੇ ਵੀ ਮੌਬ ਬਣ ਕੇ ਹਿੰਦੂਆਂ ਤੇ ਹਮਲਾ ਨਹੀਂ ਕੀਤਾ ਹੈਗਾ, ਪਰ ਅਜੇ ਤੱਕ ਇਹ ਹੈ ਕਿ ਹਿੰਦੂ ਬਹੁਤ ਮਾਰੇ ਗਏ ਨੇ, ਸਿੱਖਾਂ ਨੇ ਮਾਰੇ ਗਏ ਨੇ। ਉਹ ਲੋਕ ਇੱਥੋਂ ਤੱਕ ਕਹਿੰਦੇ ਨੇ ਕਿ ਜੇ 84 'ਚ ਲੋਕ ਇਨਸਾਫ ਮੰਗਦੇ ਹੈਗੇ ਤੇ ਪੰਜਾਬ 'ਚ ਜਿਹੜੇ ਹਿੰਦੂ ਇੰਨੇ ਮਾਰੇ ਗਏ ਨੇ ਉਹਨਾਂ ਦਾ ਇਨਸਾਫ ਕੌਣ ਦਊਗਾ? ਉਹਦੇ ਬਾਰੇ ਵੀ ਕੁਛ ਜ਼ਿਕਰ ਹੈ ਕਿਤਾਬ 'ਚ। ਇਹਨਾਂ ਨੇ ਕਾਫੀ ਟੈਰਰਿਜ਼ਮ ਨੂੰ ਇਹਨਾਂ ਨੇ ਕੰਡੈਮ ਕੀਤਾ ਤੇ ਜਿੰਨੇ ਵੀ ਹਿੰਦੂ ਕਿਲਿੰਗਸ ਹੋਈਆਂ ਉਹਨਾਂ ਨੂੰ ਵੀ ਕੰਡੈਮ ਕੀਤਾ ਹੈ। ਪਰ ਇਹਨਾਂ ਨੇ ਇੱਕ ਦੋ ਜਗ੍ਹਾ ਪੈਰਲਲ ਕੀਤਾ ਹੈਗਾ। ਇਹਨਾਂ ਨੇ ਇਹ ਜ਼ਰੂਰ ਲਿਖਿਆ ਉਹਦੇ ਵਿੱਚ ਕਿ ਜਿੰਨੇ 1984 'ਚ ਸਿੱਖਾਂ ਦੀ ਮੌਤ ਹੋਈ ਹੈਗੀ ਹੈ, ਅਨਓਫੀਸ਼ੀਅਲ ਫਿਗਰਸ, ਉਹ ਨੰਬਰ ਪੰਜਾਬ 'ਚ ਜਿੰਨੇ ਵੀ ਡੈਥਸ ਹੋਏ ਨੇ, ਹਾਂਜੀ ਜੀ ਹਾਂ, ਉਹ ਉਸ ਤੋਂ ਕਿਤੇ ਵੱਧ ਸੀਗੀ। ਸਿਰਫ ਮਤਲਬ ਜ਼ਿਆਦਾ ਸਿੱਖ ਹੀ ਮਾਰੇ ਗਏ ਨੇ, ਚਾਹੇ ਉਹ ਪੁਲਿਸ ਵਾਲੇ ਮਾਰੇ ਹੋਏ ਜਾਂ ਅੱਤਵਾਦੀ ਮਾਰੇ ਗਏ ਜਾਂ ਖਾੜਕੂ ਮਾਰੇ ਗਏ। ਹਾਂਜੀ, ਇਸ ਬਾਰੇ ਬੜੀ ਇੰਟਰਸਟਿੰਗ ਗੱਲ ਕਰਦੇ ਨੇ ਕਿ ਜਿਹੜੀ ਪੰਜਾਬ ਦੀ ਪੁਲਿਸ ਸੀਗੀ ਉਹਦੇ ਵਿੱਚ ਬਹੁਤ ਜ਼ਿਆਦਾ ਡੈਥਸ ਹੋਈਆਂ, ਸੈਕਰੀਫਾਈਸਿਸ ਹੋਏ ਨੇ, ਤੇ ਉਹ ਜ਼ਿਆਦਾ ਸਿੱਖਾਂ ਦੇ ਸੀਗੇ ਬਿਕੋਜ਼ ਸਿੱਖ ਹੀ ਨੇ ਜਿਹੜੇ ਜ਼ਿਆਦਾ ਕਾਂਸਟੇਬਲ, ਹੈੱਡ ਕਾਂਸਟੇਬਲ, ਜਿਹਦੇ 'ਚ ਫਿਜ਼ੀਕਲ ਕੁਆਲਿਟੀਜ਼ ਜ਼ਿਆਦਾ ਚਾਹੀਦੀਆਂ ਨੇ, ਫਰੰਟ 'ਤੇ ਜਾ ਕੇ ਲੜਨਾ। ਹਾਂ, ਸੋ ਜਿਹੜੇ ਅਦਰ ਰੈਂਕਸ ਨੇ ਉਹਨਾਂ ਦੀ ਹੀ ਜ਼ਿਆਦਾ ਸੈਕਰੀਫਾਈਸ ਹੋਏ ਨੇ। ਸੀਨੀਅਰ ਰੈਂਕਸ ਦੇ ਵਿੱਚ ਹਿੰਦੂ ਲੀਡਰ ਸੀਗੇ ਬਿਕੋਜ਼ ਹਿੰਦੂ ਕਮਿਊਨਿਟੀ ਜ਼ਿਆਦਾ ਪੜ੍ਹੀ ਲਿਖੀ ਹੈ, ਤਾਂ ਉਹ ਆਫਿਸਰ ਸੀਗੇ, ਪਰ ਉਹਨਾਂ ਦੇ ਵੀ ਹੋਈ ਹੈਗੀ ਹੈ, ਪਰ ਬਹੁਤ ਜ਼ਿਆਦਾ ਅਦਰ ਰੈਂਕਸ ਦੀ ਹੋਈ ਹੈਗੀ ਹੈ। ਇਹਨਾਂ ਨੇ ਹੋਰ ਜਿਹੜੀ ਇੰਟਰਸਟਿੰਗ ਗੱਲ ਕੀਤੀ ਹੈ ਕਿ ਜਿਹੜੀ ਕੈਜੂਅਲਟੀਜ਼ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਗੋਲਡਨ ਟੈਂਪਲ ਆਪਰੇਸ਼ਨ ਦੇ ਵਿੱਚ ਆਫੀਸ਼ੀਅਲ ਫਿਗਰ ਹਜੇ ਤੱਕ 750 ਹੈ ਮੈਕਸਿਮਮ। ਜੀ ਇਹਨਾਂ ਨੇ 1200 ਲਿਖੀ ਹੈ ਜੀ, ਸਿਵਿਲੀਅਨਸ ਐਂਡ ਟੈਰਰਿਸਟਾਂ ਦੀ। ਮਤਲਬ ਕਿ ਹੁਣ ਤੱਕ 84 ਤੋਂ ਲੈ ਕੇ ਹੁਣ ਤੱਕ ਉਹ ਫਿਗਰ ਵੀ ਦਬਾਈ ਗਈ। ਸੋ ਗਵਰਨਰ ਕਹਿ ਰਿਹਾ 1200, ਆਫੀਸ਼ੀਅਲ ਫਿਗਰ 750 ਹੈ। ਇੱਕ ਇਹਨਾਂ ਨੇ ਹੋਰ ਡਿਸਕਲੋਜ਼ਰ ਕੀਤਾ ਕਿ ਜਿਵੇਂ ਹੀ ਗੋਲਡਨ ਟੈਂਪਲ ਆਪਰੇਸ਼ਨ ਹੋਇਆ ਤਾਂ ਬੜੀਆਂ ਖਬਰਾਂ ਉਡਾਈਆਂ ਗਈਆਂ ਟੂ ਡਿਸਕ੍ਰੈਡਿਟ ਦੀ ਮੂਵਮੈਂਟ, ਕਿ ਉੱਥੇ ਜੀ ਆਹ ਹੋ ਰਿਹਾ ਸੀ, ਉਹ ਹੋ ਰਿਹਾ ਸੀ। ਆਪਾਂ ਕਹਿ ਦਿੰਦੇ ਕਿ ਵੀ ਉੱਥੇ ਔਰਤਾਂ ਸੀ ਜੇ ਨਿਕਲੀਆਂ ਜੀ ਕਮਰਿਆਂ ਚੋਂ ਜੀ। ਇਹਨਾਂ ਨੇ ਔਰਤਾਂ ਵਾਲੀ ਗੱਲ ਬਾਰੇ ਨਹੀਂ ਕੁਛ ਲਿਖਿਆ। ਇਹਨਾਂ ਨੇ ਲਿਖਿਆ ਕਿ ਜਿਹੜੇ ਨਾਰਕੋਟਿਕਸ ਤੇ ਹੀਰੇ ਜਵਾਹਰਾਤ ਦੀ ਗੱਲ ਹੋ ਰਹੀ ਸੀ ਉਹ ਖਾਸ ਤੌਰ ਤੇ ਆਰਮੀ ਨੇ ਹੀ ਉਡਾਈ ਸੀ, ਜੋ ਕਿ ਬਾਅਦ ਦੇ ਵਿੱਚ ਬਿਲਕੁਲ ਝੂਠੀ ਸਾਬਿਤ ਹੋਈ। ਜਿਹੜੀ ਸਿੱਖ ਲਾਇਬ੍ਰੇਰੀ ਦੀ ਪੈਂਦਾ ਹੈਗਾ ਜਾਂ ਹੋਰ ਦਰਬਾਰ ਸਾਹਿਬ ਤੋਂ ਸਮਾਨ ਲੈ ਕੇ ਗਏ ਆਰਮੀ ਵਾਲੇ, ਉਹਦੇ ਬਾਰੇ ਵੀ ਕੁਝ ਜ਼ਿਕਰ ਹੈਗਾ? ਉਹਦੇ ਬਾਰੇ ਡਾਇਰੈਕਟਲੀ ਇਹਨਾਂ ਨੇ ਨਹੀਂ ਲਿਖਿਆ ਹੈਗਾ। ਮੈਂ ਚਾਹੁੰਦਾ ਸੀ ਇਹ ਕੁਝ ਲਿਖਣ, ਪਰ ਇਹਨਾਂ ਨੇ ਇਹ ਜ਼ਰੂਰ ਲਿਖਿਆ ਕਿ ਉੱਥੇ ਬਹੁਤ ਸਾਰੇ ਮੈਨੂਸਕ੍ਰਿਪਟਸ ਦਾ ਨੁਕਸਾਨ ਹੋ ਗਿਆ, ਜਿਹੜੀ ਉੱਥੇ ਅੱਗ ਲੱਗੀ ਸੀ ਐਂਡ ਕਾਫੀ ਕੁਝ। ਅੱਛਾ, ਇੱਕ ਤਾਂ ਇਹ ਵੱਡੀ ਗੱਲ ਕਿ ਜਿਹੜਾ ਦਰਬਾਰ ਸਾਹਿਬ 'ਤੇ ਹਮਲਾ ਉਹ ਇੰਦਰਾ ਗਾਂਧੀ ਇੰਨਾ ਨਫ਼ਰਤ ਕਰਦੀ, ਅਕਾਲੀਆਂ ਤੋਂ ਕਰਦੀ ਜਾਂ ਸਿੱਖਾਂ ਤੋਂ ਕਰਦੀ, ਕਿਉਂਕਿ ਵੀ ਉਹਨਾਂ ਨੂੰ ਦਰਬਾਰ ਸਾਹਿਬ 'ਤੇ ਹਮਲਾ ਕਰਨ ਤੋਂ ਕੋਈ ਡਰ ਨਹੀਂ ਲੱਗਾ, ਗੁਰੇਜ਼ ਨਹੀਂ ਲੱਗਾ ਗਾ। ਜਿਹੜਾ ਅਨੰਦਪੁਰ ਸਾਹਿਬ ਰੈਜੂਲੇਸ਼ਨ, ਉਹਦੇ ਬਾਰੇ ਕੀ ਲਿਖਦੇ? ਕਿਉਂਕਿ ਉਹਨੂੰ ਤਾਂ ਅਕਾਲੀ ਦਲ ਨੇ ਬੜੀ ਪੈਰਵਾਈ ਕਰਦੇ ਰਹੇ। ਹਾਂਜੀ, ਇਹਨਾਂ ਨੇ ਐਕਚੁਅਲੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹੜਾ ਬਾਅਦ ਵਿੱਚ ਲੌਂਗੋਵਾਲ ਰਾਜੀਵ ਗਾਂਧੀ ਅਕੋਰਡ ਹੋਇਆ ਸੀ, ਇਹਨਾਂ ਤੋਂ ਬਾਅਦ ਵਿੱਚ ਹੋਇਆ ਸੀ। ਇਹਨਾਂ ਨੇ ਉਹਦੇ ਬਾਰੇ ਥੋੜ੍ਹਾ ਜਿਹਾ ਬਿਲਡਅਪ ਬਾਰੇ ਕੀਤਾ, ਜ਼ਿਆਦਾ ਨਹੀਂ ਲਿਖਿਆ। ਤੋ ਇਹਨਾਂ ਨੇ ਉਹਦੇ ਵਿੱਚ ਹੋਰ ਇੰਟਰਸਟਿੰਗ ਗੱਲ ਹੋਰ ਲਿਖੀ ਹੈਗੀ ਹੈ, ਹੋ ਸਕਦਾ ਹੈ ਪਹਿਲਾਂ ਵੀ ਲਿਖੀ ਹੋਵੇ, ਕਿ ਜਿਹੜਾ ਪਹਿਲਾਂ ਪਲਾਨ ਸੀਗਾ ਟੂ ਅਟੈਕ ਦੀ ਗੋਲਡਨ ਟੈਂਪਲ, ਉਹ ਜੂਨ 3 ਨੂੰ ਡਿਸਾਈਡ ਕੀਤਾ ਗਿਆ ਸੀ ਕਿ ਆਰਮੀ ਐਂਟਰ ਕਰ ਜਾਏਗੀ। ਐਂਡ ਹੀ ਸੈਡ ਕਿ ਮੈਂ ਲਾਈਫ ਵਿੱਚ ਮੇਰਾ ਸਭ ਤੋਂ ਵੱਡਾ ਸ਼ੌਕ ਸੀਗਾ ਬਿਕੋਜ਼ ਜੂਨ 3 5ਵੇਂ ਸਿੱਖ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਦਾ ਸੀਗਾ, ਤੇ ਉਸ ਦਿਨ ਉੱਥੇ ਲੱਖਾਂ ਬੰਦੇ ਸੀਗੇ। ਜੀ ਬਿਲਕੁਲ। ਤੇ ਉਸ ਦਿਨ ਆਰਮੀ ਉੱਥੇ ਕਿਵੇਂ ਐਂਟਰ ਹੋ ਸਕਦੀ ਹੈ? ਇਨਫੈਕਟ ਇਹ ਕਹਿ ਰਹੇ ਨੇ ਕਿ ਉਦੋਂ ਫਿਰ ਲਾਸਟ ਮੂਵਮੈਂਟ 'ਤੇ ਉਹਨੂੰ 48 ਘੰਟੇ ਲਈ ਪੋਸਟਪੋਨ ਕੀਤਾ ਗਿਆ, ਤਾਂ ਕਰਕੇ ਜੂਨ 5 ਨੂੰ ਰਾਤੀ 10-10:30 ਵਜੇ ਉੱਥੇ ਅਟੈਕ ਹੋਇਆ। ਐਂਡ ਇਹ ਇਨਸਿਸਟ ਕਰਦੇ ਨੇ ਕਿ ਕਈ ਸਿਵਿਲੀਅਨ ਜਿਹੜੇ ਉੱਥੇ ਰਹਿ ਗਏ ਸੀਗੇ, ਤੇ ਉਹੀ ਸਿਵਿਲੀਅਨ ਸੀ ਜਿਹੜੇ ਫਸੇ ਹੋਏ ਸੀ, ਤੇ ਜੇ ਕੋਈ ਹੋਰ ਦਿਨ ਚੂਜ਼ ਕੀਤਾ ਜਾਂਦਾ 2-3 ਦਿਨ ਬਾਅਦ, ਪਰ ਤਾਂ ਸਿਵਿਲੀਅਨ ਕੈਜੂਅਲਟੀ ਘੱਟ ਹੋਣੀ ਸੀ। ਅੱਛਾ, ਇਹਦੇ 'ਚ ਇਹ ਵੀ ਜ਼ਿਕਰ ਕਿ ਪਹਿਲਾਂ ਆਰਮੀ ਦਾ ਜਿਹੜਾ ਲੈਫਟੀਨੈਂਟ ਜਨਰਲ ਉਹਨੇ ਮਨਾ ਕਰਤਾ, ਫਿਰ ਕੇ ਐਸ ਬਰਾੜ ਨੂੰ ਲੈ ਕੇ ਆਏ ਨੇ। ਹਾਂਜੀ ਬਿਲਕੁਲ।
ਉਹਦੇ ਬਾਰੇ ਕੀ ਦੱਸਦੇ? ਬਿਲਕੁਲ, ਇਹਨਾਂ ਨੇ ਕਾਫੀ ਵਿਸਤਾਰ 'ਚ ਲਿਖਿਆ। ਇਨਫੈਕਟ ਇਹਨਾਂ ਨੇ ਲਿਖਿਆ ਕਿ ਮੈਂ ਜਦੋਂ ਇੰਦਰਾ ਗਾਂਧੀ ਦੀ ਮੀਟਿੰਗ ਤੋਂ ਬਾਅਦ ਆਏ ਤਾਂ ਇਹਨਾਂ ਨੇ ਲੈਫਟੀਨੈਂਟ ਜਨਰਲ ਸੁੰਦਰ ਜੀ ਸੀਗੇ ਵੈਸਟਰਨ ਕਮਾਂਡ ਦੇ ਵਿੱਚ, ਇਹਨਾਂ ਨੇ ਉਹਨਾਂ ਨਾਲ ਮੀਟਿੰਗ ਕੀਤੀ, ਉਹਨਾਂ ਨੂੰ ਬੁਲਾਇਆ ਅਤੇ ਕਿਹਾ ਕਿ ਮੈਨੂੰ ਪੰਜਾਬ ਦੇ ਵਿੱਚ ਆਰਮੀ ਦੀ ਲੋੜ ਹੈਗੀ ਹੈ। ਸੋ ਸੁੰਦਰ ਜੀ ਨੇ ਬਿਲਕੁਲ ਮਨਾ ਕਰ ਦਿੱਤਾ ਅਤੇ ਸੁੰਦਰ ਜੀ ਨੇ ਜੋ ਰੀਜ਼ਨਸ ਦਿੱਤੇ ਉਹ ਕਹਿੰਦੇ ਕਿ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਪੁਲਿਸ ਅਤੇ ਪੈਰਾਮਿਲਟਰੀ ਗਰਾਊਂਡ ਨਾਲ ਉਹਨਾਂ ਨੂੰ ਪਤਾ ਹੈ ਗਰਾਊਂਡ ਸਿਚੁਏਸ਼ਨ ਕੀ ਹੈ। ਆਰਮੀ ਨੂੰ ਟਾਈਮ ਲੱਗੇਗਾ ਸਮਝਣ ਦੇ ਵਿੱਚ ਅਤੇ ਆਰਮੀ ਅਤੇ ਉਹਨਾਂ ਦੇ ਵਿੱਚ ਜ਼ਿਆਦਾ ਕਲੈਸ਼ ਹੋਣ ਦੇ ਚਾਂਸ ਹਨ। ਮੋਰ ਓਵਰ ਬਹੁਤ ਸਾਰੇ ਸਿੱਖ ਨੇ ਜੋ ਆਰਮੀ ਵਿੱਚ ਹੈਗੇ ਨੇ, ਉਹਨਾਂ ਦੀ ਆਪਣੀ ਉਹਦੇ ਵਿੱਚ ਰੈਜੀਮੈਂਟ ਵਿੱਚ ਨੇ ਅਤੇ ਉਹਦੇ ਕਰਕੇ ਮਿਊਟਨੀ ਹੋਣ ਦਾ ਚਾਂਸ ਹੈ ਅਤੇ ਬਹੁਤ ਡੈਲੀਕੇਟ ਸਿਚੁਏਸ਼ਨ ਹੋ ਜਾਏਗੀ, ਜੋ ਕਿ ਬਾਅਦ ਦੇ ਵਿੱਚ ਸਹੀ ਸਾਬਤ ਬਿਲਕੁਲ ਸਹੀ ਸਾਬਤ। ਸੋ ਉਹਨਾਂ ਨੇ ਮਨਾ ਕਰ ਦਿੱਤਾ ਸੀ, ਇਸ ਕਰਕੇ ਇਹਨਾਂ ਨੇ ਆਰਮੀ ਨਹੀਂ ਬੁਲਾਈ। ਅਤੇ ਬਾਅਦ ਦੇ ਵਿੱਚ ਜਦੋਂ ਜਨਰਲ ਵੈਦੇ ਆ ਗਏ ਸੀਗੇ ਇੰਚਾਰਜ, ਤਾਂ ਫਿਰ ਉਹਨਾਂ ਨੂੰ ਇੱਥੇ ਉਹਨਾਂ ਨੇ ਐਗਰੀ ਕੀਤਾ ਇੱਥੇ ਆਰਮੀ ਬੁਲਾਉਣ ਨੂੰ। ਉਹ ਵੀ ਗਵਰਨਰ ਲਿਖਦੇ ਨੇ ਕਿ ਉਹ ਵੀ ਸੈਂਟਰ ਦਾ ਹੀ ਆਰਡਰ ਸੀਗਾ ਟੂ ਕਾਲ ਆਰਮੀ ਐਂਡ ਹੀ ਵਾਜ਼ ਜਸਟ ਟੋਲਡ ਕਿ ਤੁਸੀਂ ਆਰਡਰ ਕਰ ਦਿਓ। ਇਹਦੇ 'ਚ ਹੋਰ ਵੀ ਜ਼ਿਕਰ ਕਰਦੇ ਕਿ ਆਖਰ ਇੰਦਰਾ ਗਾਂਧੀ ਨੇ ਜਿਹੜੀ ਪਲਾਨ ਜਿਸ ਹੁਣ ਤੱਕ ਕਹੀਏ ਕਿ ਕਰਨਾ ਪਿਆ ਜੀ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੀ, ਬੀਜੇਪੀ ਕਹਿੰਦੀ ਸੀ ਕਿ ਉਹਨੂੰ ਬਾਹਰ ਕੱਢੋ ਕਿਉਂਕਿ ਮਾਈ ਕੰਟਰੀ ਮਾਈ ਲਾਈਫ 'ਚ ਅਡਵਾਨੀ ਸਾਹਿਬ ਕਹਿੰਦਾ ਸੀ ਪ੍ਰੈਸ਼ਰ ਪਾਇਆ ਇੰਦਰਾ ਗਾਂਧੀ 'ਤੇ। ਇਹ ਸਾਰੀਆਂ ਚੀਜ਼ਾਂ ਸਾਰਾ ਜਾਂ ਕਹਿ ਦਿੰਦੇ ਜਿਹੜਾ ਇੰਡੀਅਨ ਐਸਟੈਬਲਿਸ਼ਮੈਂਟ ਹੈ ਜਾਂ ਹਿੰਦੂ ਸਾਈਕੀ ਹੈ ਦਿੱਲੀ ਬੈਠੀ ਹੈਗੀ, ਕਿਤੇ ਨਾ ਕਿਤੇ ਉਹ ਸਾਰਿਆਂ ਦੀ ਇੱਕ ਸਾਂਝੀ ਪਲੈਨਿੰਗ, ਇਹ ਵੀ ਕੁਛ ਜ਼ਿਕਰ ਕਰਦੇ ਨੇ ਜਿਹੜੇ ਹਾਰਡ ਲਾਈਨ ਜਿਹਨੂੰ ਆਪਾਂ ਕਹਿ ਸਕਦੇ ਕਿਸੇ ਵੀ ਧਰਮ ਤੋਂ ਹੋਣ। ਹਾਂਜੀ, ਮਤਲਬ ਦੇਖੋ ਹਿੰਦੂ ਕਮਿਊਨਿਟੀ ਪੰਜਾਬ ਵਿੱਚ ਤਾਂ ਬਹੁਤ ਸਾਂਝ ਨਾਲ ਆਪਾਂ ਰਹਿੰਦੇ ਹੈ ਨਾ, ਆਪਣੇ ਆਪਸ 'ਚ ਵਿਆਹ ਵੀ ਹੁੰਦੇ ਹੈਗੇ ਨੇ, ਪਰ ਇੱਕ ਹਾਰਡ ਲਾਈਨਿੰਗ ਡੈਫੀਨੇਟਲੀ ਸੀਗੀ। ਇਹਨਾਂ ਨੇ ਵਰਨੈਕੂਲਰ ਪ੍ਰੈਸ ਦਾ ਬੜਾ ਜ਼ਿਕਰ ਕੀਤਾ ਕਿ ਜਿਹੜੀ ਹਿੰਦੀ ਪ੍ਰੈਸ ਸੀਗੀ ਉਸਨੇ ਕਾਫੀ ਫਾਲਸ ਨੈਰੇਟਿਵ ਬਣਾਉਣ ਦੇ ਵਿੱਚ ਨੁਕਸਾਨ ਕੀਤਾ ਹੈਗਾ ਅਤੇ ਉਹ ਇੱਕ ਤਰ੍ਹਾਂ ਦੀ ਕੋਈ ਪੈਰਲਲ ਫੋਰਸ ਖੜੀ ਕਰਨਾ ਚਾਹੁੰਦੇ ਸੀ ਸ਼ਾਇਦ, ਵਿਚ ਵਾਜ਼ ਇਹ ਕਹਿ ਰਹੇ ਸੀ ਕਿ ਬਹੁਤ ਖਤਰਨਾਕ ਕਾਊਂਟਰ ਪ੍ਰੋਡਕਟਿਵ ਸੀਗੀ। ਇਹਨਾਂ ਦੀ ਬੁੱਕ ਦਾ ਬੇਸਿਕ ਸਮਰੀ ਇਹੀ ਹੈ ਕਿ ਇਹ ਸਾਰੀ ਚੀਜ਼ਾਂ ਅਨਅਵੋਇਡੇਬਲ ਸੀਗੀਆਂ ਜੇ ਤੁਸੀਂ ਉਦੋਂ ਪੰਜਾਬ ਪੁਲਿਸ ਨੂੰ ਹੋਰ ਸਟਰੋਂਗ ਕਰਦੇ। ਜਿਹੜੀਆਂ ਇਹ ਕਹਿ ਰਹੇ ਨੇ ਕਿ ਇਹ ਪੋਲੀਟੀਕਲ ਫੇਲੂਅਰ ਹੈ, ਇਹ ਐਡਮਿਨਿਸਟ੍ਰੇਟਿਵ ਫੇਲੂਅਰ ਨਾ ਇਹ ਕਿਸੇ ਕਮਿਊਨਿਟੀ ਕਰਕੇ ਹੋਇਆ ਹੈ। ਇਟ ਇਜ਼ ਅ ਪੋਲੀਟੀਕਲ ਫੇਲੂਅਰ ਬਿਕੋਜ਼ ਪੋਲੀਟੀਸ਼ੀਅਨਸ ਦੇ ਐਂਬੀਸ਼ਨਸ ਹੀ ਇੰਨੇ ਸੀਗੇ ਕਿ ਉਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਹਾਲਾਤ ਟਾਕਸ ਹੀ ਨਹੀਂ ਹੋਣ ਦਿੱਤੀਆਂ। ਨਹੀਂ, ਪੋਲੀਟੀਕਲ ਫੇਲੀਅਰ ਆਪਾਂ ਜੇ ਸਮਝਣਾ ਹੋਵੇ ਕਿ ਅਕਾਲੀ ਦਲ ਨੂੰ ਠੋਕਣ ਵਾਸਤੇ ਕਿ ਜਾਂ ਅਕਾਲੀ ਦਲ ਸੱਤਾ ਵਾਸਤੇ ਹੀ ਜਾਂ ਕਾਂਗਰਸ ਨੂੰ ਅਕਾਲੀ ਦਲ ਪਸੰਦ ਨਹੀਂ ਸੀ। ਹਾਂਜੀ ਬਿਲਕੁਲ, ਮੇਨ ਟਾਰਗੇਟ ਤਾਂ ਉਹਨਾਂ ਦਾ ਅਕਾਲੀ ਦਲ ਰਿਹਾ ਹੈ, ਪਰ ਇਹਦੇ ਵਿੱਚ ਇਹ ਜੋ ਇੰਦਰਾ ਗਾਂਧੀ ਦਾ ਭਿੰਡਰਾਂਵਾਲੇ ਨਾਲ ਐਸੋਸੀਏਸ਼ਨ ਸੀ ਜੋ ਕਿਹਾ ਜਾਂਦਾ ਹੈ ਕਿ ਪਹਿਲਾਂ ਉਹ ਲੋਕ ਮੰਨਦੇ ਨਹੀਂ ਹੈਗੇ। ਹਾਂਜੀ ਉਹਦੇ ਬਾਰੇ ਸਾਇਲੈਂਟ ਨੇ। ਮਤਲਬ ਆਈ ਵਿਸ਼ ਕਿ ਇਹਨਾਂ ਨੇ ਉਹਦੇ ਬਾਰੇ ਵੀ ਕੁਛ ਲਿਖਿਆ ਹੁੰਦਾ। ਸੋ ਇਹ ਵਿੱਚ ਇਹ ਲਿਖਦੇ ਨੇ ਕਿ ਸੋਵੀਅਤ ਇੰਟੈਲੀਜੈਂਸ ਨੇ ਇੰਦਰਾ ਗਾਂਧੀ ਨੂੰ ਇਨਫੋਰਮ ਕੀਤਾ ਸੀ ਕਿ ਜੂਨ 3 ਨੂੰ ਗੋਲਡਨ ਟੈਂਪਲ ਤੋਂ ਖਾਲਿਸਤਾਨ ਅਨਾਊਂਸ ਕਰ ਦਿੱਤਾ ਜਾਏਗਾ, ਜਿਸ ਕਰਕੇ ਤੁਹਾਨੂੰ ਉੱਥੇ ਮਤਲਬ ਆਰਮੀ ਨੂੰ ਭੇਜਣਾ ਪਏਗਾ। ਸੋ ਹਿੰਦੂ ਹਾਰਡਲਾਈਨਰਸ ਦੇ ਉੱਤੇ ਇਹ ਮੇਰੇ ਖਿਆਲ ਇਹ ਪਹਿਲੀ ਕਿਤਾਬ ਹੈ ਜਿਸ ਨੇ ਇਹ ਐਸਪੈਕਟ ਲਿੱਤਾ ਹੈਗਾ ਕਿ ਦਿੱਲੀ ਬੈਠੇ ਹਿੰਦੂ ਹਾਰਡਲਾਈਨਰਸ ਅਤੇ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀ ਪੰਜਾਬ ਦੇ ਵਿੱਚ, ਇਹਨਾਂ ਨੇ ਬਾਈ ਨੇਮ ਲਿਖਿਆ, ਇਹਦੇ 'ਚ ਪਾਰਟੀਜ਼ ਦਾ ਨਾਮ ਵੀ ਲਿਖਿਆ ਹੈਗਾ। ਜਿਸ ਤਰ੍ਹਾਂ ਗਿਆਨੀ ਜੈਲ ਸਿੰਘ ਬਾਰੇ ਲਿਖਦੇ ਨੇ, ਦਰਬਾਰ ਸਿੰਘ ਬਾਰੇ ਲਿਖਦੇ, ਉਹ ਵੀ ਜ਼ਿਕਰ ਆ ਗਿਆ ਕਿ ਕਿਹੜਾ ਇਕੱਲਾ ਅਕਾਲੀ ਦਲ ਜਾ ਕੇ ਗਵਰਨਰ ਨੂੰ ਮਿਲਦਾ ਰਿਹਾ ਹੈਗਾ। ਹਾਂਜੀ ਇਹਨਾਂ ਨੇ ਲਿਖਿਆ ਜੀ। ਹਾਂਜੀ ਬਿਲਕੁਲ, ਆਪਾਂ ਉਹ ਕਿਤਾਬ 'ਚ ਪੜ੍ਹ ਸਕਦੇ ਕੌਣ ਹੋ ਸਕਦੇ। ਹਾਂਜੀ ਇਹਨਾਂ ਨੇ ਲਿਖਿਆ ਕਿ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੂੰ ਇਕੱਲੇ ਮਿਲੇ, ਗੁਰਚਰਨ ਟੌੜਾ ਮਿਲੇ, ਬਲਵੰਤ ਸਿੰਘ ਜਿਹੜੇ ਉਦੋਂ ਦੇ ਐਕਸ ਫਾਈਨੈਂਸ ਮਿਨਿਸਟਰ ਸੀ ਉਹ ਵੀ ਇਹਨਾਂ ਨੂੰ ਇਕੱਲੇ ਆ ਕੇ ਮਿਲੇ ਜੀ। ਇਹਨਾਂ ਨੇ ਬਿਲਕੁਲ ਉਹਨਾਂ ਨੇ ਸਾਰਿਆਂ ਦਾ ਨਾਂ ਲਿਖਿਆ ਉੱਥੇ ਜੀ। ਮਤਲਬ ਕੋਈ ਵੀ ਪੋਲੀਟੀਕਲ ਪਾਰਟੀ ਯੂਨਾਈਟਿਡ ਨਹੀਂ ਸੀ, ਹਰ ਇੱਕ ਨੂੰ ਸੱਤਾ ਦਿਖ ਰਹੀ ਸੀ। ਹਾਂਜੀ ਬਿਲਕੁਲ CPI CPM ਵਗੈਰਾ ਉਹ ਜਿਹੜੀ ਪਾਰਟੀ ਸੀ ਉਹ ਇਕੱਠੀਆਂ ਆਉਂਦੇ ਸੀ। ਕਾਂਗਰਸ ਵੀ ਇਕੱਠੀ ਆਈ ਸੀਗੀ ਕਿਉਂਕਿ ਦਰਬਾਰਾ ਸਿੰਘ ਬੇਅੰਤ ਸਿੰਘ ਇਕੱਠੇ ਸੀਗੇ। ਦਰਬਾਰਾ ਸਿੰਘ ਬੇਅੰਤ ਸਿੰਘ ਦੀ ਪ੍ਰੋਬਲਮ ਜ਼ੈਲ ਸਿੰਘ ਨਾਲ ਸੀ ਜੋ ਉਸ ਵਕਤ ਪ੍ਰੈਜ਼ੀਡੈਂਟ ਸੀਗੇ। ਸੋ ਪੰਜਾਬ ਦੇ ਵਿੱਚ ਤਾਂ ਇਕੱਠੇ ਸੀਗੇ ਅਤੇ ਉਹਨਾਂ ਦੇ ਇੰਟਰਸਟ ਮਿਊਚੁਅਲ ਸੀਗੇ। ਜਿਹੜੇ ਪੰਜਾਬ ਦੇ 5 ਚੈਪਟਰ ਲਿਖੇ ਗਏ ਇਹਦੇ 'ਚ ਜ਼ਿਆਦਾ ਅਕਿਊਜ਼ ਕਿਹਨੂੰ ਮਾਰ ਰਹੇ? ਇੰਦਰਾ ਗਾਂਧੀ ਤਾਂ ਹੈ ਹੀ ਹੈ, ਉਹਨਾਂ ਨੇ ਕਹਿ ਦਿੱਤਾ ਕਿ ਇਸ ਹੱਦ ਤੱਕ ਚੱਲ ਗਏ ਕਿ ਕਹਿੰਦੇ ਕਿ ਮੈਨੂੰ ਲੋੜ ਪਈ ਬੰਬ ਸੁੱਟਦੇ, ਉਹ ਸੁੱਟੇ ਵੀ ਹੈਗੇ ਨੇ ਬੰਬ। ਜੀ ਬਿਲਕੁਲ, ਇਹਨਾਂ ਵਿੱਚ ਇਹਨਾਂ ਦੇ 5 ਚੈਪਟਰ ਹੈ ਪੰਜਾਬ ਬਾਰੇ। ਪਹਿਲੇ 2 ਚੈਪਟਰ ਉਹਦਾ ਬੈਕਗਰਾਊਂਡ ਹੈ ਪੰਜਾਬ ਸਿਚੁਏਸ਼ਨ ਦਾ, ਅਤੇ ਫਿਰ 3 ਚੈਪਟਰ ਨੇ ਟੋਟਲੀ ਜਦੋਂ ਇਹਨਾਂ ਨੇ ਅਕਤੂਬਰ 1983 'ਚ ਕੀਤਾ ਟੇਕ ਓਵਰ ਅਤੇ 27 ਜੂਨ 1984 ਨੂੰ ਇਹਨਾਂ ਨੇ ਰਿਜ਼ਾਈਨ ਕਰਤਾ। ਉਸ ਪੀਰੀਅਡ 'ਤੇ 3 ਚੈਪਟਰਸ ਨੇ ਇਹਨਾਂ ਦੇ। ਕਿਤੇ ਨਾ ਕਿਤੇ ਰਿਗਰੈਕਟ ਵੀ ਕਰਦੇ ਹੈਗੇ ਨੇ ਕੁਛ। ਹਾਂਜੀ ਇਹਨਾਂ ਨੇ ਲਿਖਿਆ ਵੀ ਮੈਂ ਇਹਦੇ ਖਿਲਾਫ ਰਿਹਾ
ਪਰ ਇਹਦੇ ਮੈਂ ਇਹਨਾਂ ਨੂੰ ਕਹਿ ਰਿਹਾ ਸੀਗਾ ਕਿ ਨਾ ਕਰੋ, ਇਹ ਡਿਜ਼ਾਸਟਰਸ ਹੋਏਗਾ, ਇਸ ਦੇ ਬਹੁਤ ਜ਼ਿਆਦਾ ਲੰਬੇ ਅਤੇ ਗਹਿਰੇ ਕੌਨਸੀਕੁਐਂਸਿਸ ਤੁਹਾਨੂੰ ਭੁਗਤਣੇ ਪੈਣਗੇ। ਕਿ ਇਸ ਤਰ੍ਹਾਂ ਇਹਨਾਂ ਨੇ ਫੇਕ ਐਨਕਾਊਂਟਰਸ ਨੂੰ ਵੀ ਕ੍ਰਿਟਿਸਾਈਜ਼ ਕੀਤਾ ਹੈ, ਕਹਿ ਰਹੇ ਨੇ ਕਿ ਬਹੁਤ ਸਾਰੇ ਜਿਵੇਂ ਮਰਡਰਸ ਨੂੰ ਟੈਰਰਿਜ਼ਮ ਐਕਟੀਵਿਟੀ ਕੀਤੀ ਹੈ, ਇੱਦਾਂ ਹੀ ਇਹਨਾਂ ਨੇ ਫੇਕ ਐਨਕਾਊਂਟਰਸ ਨੂੰ ਵੀ ਕਿਹਾ ਕਿ ਹਾਂ ਪੁਲਿਸ ਨੇ ਇਹ ਕੀਤੇ ਹੈਗੇ ਨੇ। ਹਾਂਜੀ, ਮਤਲਬ ਹੁਣ ਤੱਕ ਇਹ ਲੋਕ ਜਿਹੜੇ ਗਵਰਨਰ ਲੱਗਦੇ ਨੇ, ਜਿਹੜੀ ਵੀ ਪਾਰਟੀ ਦੀ ਸਰਕਾਰ ਨਾਲ ਇਟ ਮੀਨ ਉਹ ਪਾਰਟੀ ਦੀ ਕਿਤੇ ਨਾ ਕਿਤੇ ਵਿਚਾਰਧਾਰਾ ਮੇਲ ਖਾਂਦੀ ਹੈ। ਇਹ ਸ਼ਾਇਦ ਕਿਉਂਕਿ ਕਾਫੀ ਤੁਸੀਂ ਕਿਤਾਬਾਂ ਪੜ੍ਹੀਆਂ, ਚਰਚਾ 'ਚ ਵੀ ਬਹੁਤ ਸਾਰੀਆਂ ਕਿਤਾਬਾਂ, ਕਿ ਇਹ ਇੱਕ ਗਵਰਨਰ ਹੋਣ ਦੇ ਨਾਤੇ ਨਾਲ ਇਹਨੂੰ ਐਜ ਅਸੀਂ ਇੱਕ ਕਾਂਗਰਸੀ ਬੰਦਾ ਹੋਣ ਦੇ ਨਾਤੇ ਇਹ ਕਹਿ ਸਕਦੇ ਕਿ ਇਹ ਪਹਿਲਾ ਕਾਂਗਰਸ ਹੈ ਜਿਹਨੇ ਐਡਮਿਟ ਕੀਤਾ ਹੈਗਾ ਸਾਰੇ ਇਸ ਪੂਰੇ ਐਪੀਸੋਡ ਦੇ ਵਿੱਚ ਕਿ ਦਰਬਾਰ ਸਾਹਿਬ 'ਤੇ ਹਮਲਾ ਕਰਨਾ। ਹਾਂਜੀ, ਇਹ ਐਕਚੁਅਲੀ ਇਹ ਕਾਂਗਰਸ ਪਾਰਟੀ ਦੇ ਨਹੀਂ ਸੀ, IAS ਅਫਸਰ ਸੀਗੇ। ਸੋ ਉਸ ਤੋਂ ਬਾਅਦ ਇਹ ਕੈਲਕੱਟਾ ਵੈਸਟ ਬੰਗਾਲ ਦੇ ਗਵਰਨਰ ਸੀਗੇ। ਸੋ ਇਹਨਾਂ ਨੂੰ ਟੋਟਲ ਕਾਂਗਰਸੀ ਤਾਂ ਨਹੀਂ ਕਹਿ ਸਕਦੇ, ਪਰ ਐਜ਼ ਅ ਗਵਰਨਰ ਉਹ ਤੇ ਉਸ ਪੋਜੀਸ਼ਨ 'ਤੇ ਫਰੰਟ ਰੋ ਸੀਟ ਤੇ ਬੈਠੇ ਹੋਏ ਸੀਗੇ ਨਾ, ਸਾਰਾ ਕੁਝ ਇਹ ਦੇਖ ਰਹੇ ਸੀ, ਹਰ ਚੀਜ਼ ਇਨਵੋਲਵ ਸੀ। ਇਹਨਾਂ ਨੇ ਦੇਖੋ ਇਹ ਵੀ ਲਿਖਿਆ ਕਿ ਜਦੋਂ ਇੱਕ ਵਾਈਟ ਪੇਪਰ ਇਸ਼ੂ ਕੀਤਾ ਗਿਆ ਸੀਗਾ ਪਾਰਲੀਮੈਂਟ ਵਿੱਚ, ਟੇਬਲ ਹੋਇਆ ਸੀ ਬਿਫੋਰ ਆਪਰੇਸ਼ਨ ਬਲੂ ਸਟਾਰ, ਉਹ ਵੀ ਨੈਰੇਟਿਵ ਦਾ ਹਿੱਸਾ ਸੀਗਾ। ਤਾਂ ਉਹਦੇ ਵਿੱਚ ਲਿਖਦੇ ਨੇ ਕਿ ਮੈਂ ਗਵਰਨਰ ਸੀਗਾ ਤੇ ਮੈਨੂੰ ਉਹਦੇ ਬਾਰੇ ਕੰਸਲਟ ਹੀ ਨਹੀਂ ਕੀਤਾ ਗਿਆ। It is interesting to note here that the Punjab government was not consulted during the preparation, drafting or editing of the white paper presented to the parliament. ਜਿਹੜਾ ਪੰਜਾਬ ਦਾ ਗਵਰਨਰ ਬੈਠਾ ਹੈ ਸਭ ਤੋਂ ਮੂਹਰੇ, ਉਸ ਨੂੰ ਇਨਵੋਲਵ ਹੀ ਨਹੀਂ ਕੀਤਾ ਗਿਆ। ਇਹਦੇ 'ਚ ਜਿਸ ਤਰ੍ਹਾਂ ਰਾਜੀਵ ਗਾਂਧੀ ਦਾ ਰੋਲ ਜਾਂ ਅਰੁਣ ਨਹਿਰੂ ਦਾ ਰੋਲ, ਉਹ ਕਿੰਨਾ ਕੀ ਡਿਫਾਈਨਡ ਕੀਤਾ ਕੁਛ ਹੈਗੇ? ਐਕਚੁਅਲੀ ਉਹ ਇਹਨਾਂ ਤੋਂ ਬਾਅਦ ਵਿੱਚ ਆਏ ਨੇ। ਜੀ ਹਾਂਜੀ। ਸੋ ਇੰਦਰਾ ਗਾਂਧੀ ਦਾ ਅਸੈਸੀਨੇਸ਼ਨ 31 ਅਕਤੂਬਰ 1984 ਨੂੰ, ਸੋ ਉਹ ਵਾਲੇ ਵਿੱਚ ਨਹੀਂ ਇਹਨਾਂ ਨੇ ਕੀਤਾ। ਇਹਨਾਂ ਨੇ ਐਪੀਲੋਗ ਦੇ ਵਿੱਚ ਕੀਤਾ ਹੈ, ਜਸਟ ਰਿਕਾਊਂਟ ਕੀਤਾ ਹੈ ਕਿ ਉਸ ਤੋਂ ਬਾਅਦ ਕੀ ਕੁਝ ਹੋਇਆ। ਤੇ ਪੰਜਾਬ ਦੇ ਜਿਹੜਾ ਹੋਮ ਸੈਕਟਰੀ ਜਾਂ ਚੀਫ ਸੈਕਟਰੀ ਜਾਂ DGP ਦਾ, ਉਹਦਾ ਕਿਵੇਂ ਦਾ ਰੋਲ ਡਿਫਾਈਨ? ਇਹਨਾਂ ਨੇ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਨੂੰ ਡਿਫੈਂਡ ਕੀਤਾ ਹੈ ਉਹਦੇ ਵਿੱਚ, ਆਪਣੀ ਉਸ ਦੇ ਵਿੱਚ ਦੇ ਸੈਡ ਕਿ ਉਹਨਾਂ ਨੇ ਜੋ ਸਰਕਮਸਟੈਂਸਿਸ ਉਹਦੇ 'ਚ ਬੈਸਟ ਪੋਸੀਬਲ ਕੀਤਾ, ਫੇਕ ਐਨਕਾਊਂਟਰਸ ਨੂੰ ਕ੍ਰਿਟਿਸਾਈਜ਼ ਕੀਤਾ। ਇਹਨਾਂ ਨੇ ਇਹ ਵੀ ਲਿਖਿਆ ਕਿ ਹਾਂ ਪੁਲਿਸ ਦੇ ਵਿੱਚ ਕਾਫੀ ਆਪਣੇ ਪਰਸਨਲ ਸੀਗੇ ਜਿਹੜੇ ਭਿੰਡਰਾਂ ਵਾਲੇ ਦੇ ਫਾਲੋਅਰ ਬਣ ਗਏ ਸੀਗੇ ਤੇ ਉਹ ਕੁਝ ਹੈਲਪ ਵੀ ਕਰਦੇ ਸੀ, ਪਰ ਉਹ ਖਾਲਿਸਤਾਨ ਮੂਵਮੈਂਟ ਨੂੰ ਨਹੀਂ ਸੀ ਹੈਲਪ ਕਰਦੇ। ਇਹ ਇਹਨਾਂ ਨੇ ਉਹਦੇ 'ਚ ਡਿਫਾਈਨ ਕੀਤਾ। ਮੈਂ ਲਾਸਟ ਜਪਿੰਦਰ ਜੀ ਜਾਣਨਾ ਚਾਹਾਂਗੀ, ਇਹ ਜਿਹੜਾ ਪੂਰਾ ਨਰੇਟਿਵ ਬਿਲਟ ਕੀਤਾ ਗਿਆ ਹੈਗਾ, ਸਿਰਜਿਆ ਗਿਆ ਹੈਗਾ, ਇਹ ਇੰਦਰਾ ਗਾਂਧੀ ਨੂੰ ਕਿਸ ਗੱਲ ਦੀ ਭੁੱਖ ਕਿ ਜਾਂ ਉਹਨੂੰ ਲੱਗਦਾ ਸੀ ਕਿ ਮਾਈਨੋਰਟੀ ਨੂੰ ਕੁਚਲ ਕੇ ਇੱਕ ਵਾਰ ਫਿਰ ਸਰਕਾਰ ਬਣਾਈ ਜਾਵੇ, ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਐਡਾ ਵੱਡਾ ਜਿਹੜਾ ਤੁਸੀਂ ਕਦਮ ਚੁੱਕਿਆ ਉਹਦੀ ਭਰਪਾਈ ਤੁਹਾਨੂੰ ਕਰਨੀ ਪਏਗੀ, ਉਹਦਾ ਬਾਅਦ 'ਚ ਮਰਡਰ ਹੋਇਆ। ਕਿ ਕਿਸ ਚੀਜ਼ ਦਾ ਟਾਰਗੇਟ ਕੀਤਾ ਗਿਆ? ਕੁਛ ਹੈ ਕਿ ਅੱਗੇ ਗਾਂ ਜਿਹੜੇ ਪਾਰਲੀਮੈਂਟ ਦੇ ਇਲੈਕਸ਼ਨ ਹੋਏ ਕਿ ਮੈਂ ਪੂਰੇ ਸਿੱਖਾਂ ਨੂੰ ਕੁਚਲ ਕੇ ਉਹਨਾਂ ਦੇ ਮੱਕੇ ਨੂੰ ਹਟਾ ਕੇ ਤਬਾਹ ਕਰਕੇ ਅੱਗੇ ਪੂਰੇ ਹਿੰਦੁਸਤਾਨ ਦੀਆਂ ਵੋਟਾਂ ਲੈ ਲਾਂ, ਕੁਛ ਇੱਦਾਂ ਦਾ ਵੀ ਜ਼ਿਕਰ ਹੈ ਜੀ? ਨਹੀਂ, ਉਹਨਾਂ ਨੇ ਐਵੇਂ ਦਾ ਰੈਫਰੈਂਸ ਨਹੀਂ ਦਿੱਤਾ ਇਹਦੇ ਵਿੱਚ। ਟੋਟਲ ਇਹਨਾਂ ਨੇ ਜੋ ਮੀਟਿੰਗਸ ਹੋਈਆਂ ਬੇਸਿਕਲੀ ਇਹਨਾਂ ਨੇ ਰਿਕਾਊਂਟ ਹੀ ਕੀਤਾ ਆਪਣਾ, ਇਹਨਾਂ ਨੇ ਉਹਦੇ ਵਿੱਚ ਇੰਟਰਪ੍ਰੀਟੇਸ਼ਨ ਨਹੀਂ ਕੀਤੀ ਹੈਗੀ ਉਹਦੇ ਵਿੱਚ। ਇਹਨਾਂ ਨੇ ਆਪਣਾ ਦੱਸਿਆ ਹੈਗਾ, ਇਹਨਾਂ ਨੇ ਇਹ ਨਹੀਂ ਕਿਹਾ ਹੈਗਾ ਕਿ ਸਾਰੇ ਕਾਂਗਰਸੀ ਹੀ ਇਹ ਚਾਹੁੰਦੇ ਸੀਗੇ ਕਿ ਗੋਲਡਨ ਟੈਂਪਲ ਹੋਵੇ, ਪਰ ਹਾਂ ਇਹਨਾਂ ਨੇ ਟਾਰਗੇਟ ਜਾਂ ਬਲੇਮ ਇੰਦਰਾ ਗਾਂਧੀ ਨੂੰ ਅਤੇ ਕਾਂਗਰਸ ਲੀਡਰਸ਼ਿਪ ਨੂੰ ਬਹੁਤ ਜ਼ਿਆਦਾ ਕੀਤਾ ਹੈ। 78 ਦਾ ਜਿਹੜਾ ਆਪਾਂ ਜਿਹਨੂੰ ਨਿਰੰਕਾਰੀ ਕਾਂਡ ਕਹਿੰਦੇ, ਉਹਦੀ ਕੁਝ ਦੱਸਿਆ ਕਿ ਜਿਹੜਾ ਮਾਹੌਲ ਜੜ ਉਹ ਵੀ ਇਹ ਕੁਛ ਇਹਨਾਂ ਨੇ ਉਹਦੇ ਬੈਕਗਰਾਊਂਡਰ ਦੇ ਵਿੱਚ ਕੀਤਾ ਕਿ ਉੱਥੋਂ ਇਹ ਸਟਾਰਟ ਹੋਇਆ। ਹਾਂਜੀ ਭਾਈ, ਇਹਦੇ 'ਚ ਲਾਜ਼ਮੀ ਤੌਰ 'ਤੇ ਆਪਾਂ ਕਿਉਂਕਿ ਹੁਣ ਤੱਕ ਇਹ ਕਿ ਪਾਕਿਸਤਾਨ ਦਾ ਬੜਾ ਹੱਥ ਆ, ਪਾਕਿਸਤਾਨ ਤੋਂ ਬੜੇ ਹਥਿਆਰਾਂ ਦੇ ਲਾਜ਼ਮੀ ਤੌਰ 'ਤੇ ਇਹਨਾਂ ਬਾਰੇ ਵੀ ਜ਼ਿਕਰ ਕੀਤਾ ਹੋਊਗਾ ਕਿ ਪਾਕਿਸਤਾਨ ਦੀ ਡਾਇਰੈਕਟ ਜਾਂ ਇਨਡਾਇਰੈਕਟ ਕਿੰਨੀ ਇਨਵੋਲਵਮੈਂਟ ਰਹੀ ਹੈਗੀ? ਪਾਕਿਸਤਾਨ ਬਾਰੇ ਡੈਫੀਨੇਟਲੀ ਰੈਫਰੈਂਸ ਦਿੱਤਾ ਇਹਨਾਂ ਨੇ, ਲਿਖਿਆ ਕਿ ਉੱਥੋਂ ਕਿਵੇਂ ਵੈਪਨਸ ਐਂਡ ਦੂਜੀ ਹੈਲਪ ਆ ਰਹੀ ਸੀ, ਪਰ ਇਹਨਾਂ ਨੇ ਉਹਨਾਂ ਨੂੰ ਬਹੁਤ ਘੱਟ ਪਰਸੈਂਟੇਜ ਦਾ ਬਲੇਮ ਦਿੱਤਾ। ਇਹਨਾਂ ਨੇ ਜ਼ਿਆਦਾ ਬਲੇਮ ਸੈਂਟਰ ਗਵਰਨਮੈਂਟ ਇੰਡੀਆ ਨੂੰ ਦਿੱਤਾ ਹੈਗਾ ਕਿ ਉਹਨਾਂ ਨੇ ਕਿਵੇਂ ਫਾਲਸ ਨੈਰੇਟਿਵ ਬਣਾਉਂਦੇ ਰਹੇ, ਕਿਵੇਂ ਪੁਲਿਸ ਦੇ ਹਰ ਚੀਜ਼ ਵਿੱਚ ਪੁਲਿਸ ਫੇਲਰ, ਪੰਜਾਬ ਪੁਲਿਸ ਫੇਲਰ ਨੂੰ ਹੀ ਬੋਲਦੇ ਰਹੇ। ਅਤੇ ਇਹਨਾਂ ਨੇ ਇਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਹੈਗਾ ਕਿ ਜੋ ਸਾਡੀਆਂ ਇੱਥੇ ਕਮੀਆਂ ਪੇਸ਼ੀਆਂ ਸੀਗੀ ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਹਰ ਬਲੇਮ ਹੀ ਪਾਕਿਸਤਾਨ 'ਤੇ ਪਾ ਦਿੱਤਾ ਜਾਂਦਾ ਸੀ। ਮੀਡੀਆ ਦੀ ਕਿੰਨੀ ਕੁ ਰਿਸਪੌਂਸਿਬਿਲਿਟੀ ਰਹੀ ਹੈਗੀ ਇਸ? ਇਹਨਾਂ ਨੇ ਮੀਡੀਆ ਬਾਰੇ ਕੋਈ ਜ਼ਿਆਦਾ ਅੱਛੀ ਉਹਨਾਂ ਨੇ ਤਾਰੀਫ ਨਹੀਂ ਕੀਤੀ ਹੈ, ਕਹਿ ਰਹੇ ਕਿ ਜਿੰਨੇ ਵੀ ਮੇਰੀ ਮੀਡੀਆ ਨਾਲ ਇੰਟਰੈਕਸ਼ਨ ਹੋਈ ਹੈ, ਮੇਰੇ ਤੋਂ ਸਿਰਫ ਟੈਰਰਿਸਟ ਕ੍ਰਾਈਮਸ ਦਾ ਡੇਟਾ ਮੰਗਿਆ ਜਾਂਦਾ ਸੀ, ਮੇਰੇ ਤੋਂ ਪਾਕਿਸਤਾਨ ਦੀ ISA ਦੀ ਇਨਵੋਲਵਮੈਂਟ ਬਾਰੇ ਪੁੱਛਿਆ ਜਾਂਦਾ ਸੀਗਾ। ਮੀਡੀਆ ਨੂੰ ਤਾਂ ਸੋਲੂਸ਼ਨ ਨਹੀਂ ਦੇਣ ਦੀ ਕੋਸ਼ਿਸ਼ ਕੀਤੀ? ਬਿਲਕੁਲ ਵੀ ਨਹੀਂ ਸੋਲੂਸ਼ਨ ਇਹਨਾਂ ਨੇ ਇਹਨਾਂ ਦੇ ਬਿਲਕੁਲ ਜ਼ਿਕਰ ਨਹੀਂ ਕੀਤਾ ਇਹਨਾਂ ਨੇ। ਦਰਬਾਰ ਸਾਹਿਬ ਨੂੰ ਲੈ ਕੇ ਲਾਜ਼ਮੀ ਤੋਂ ਦਰਬਾਰ ਸਾਹਿਬ ਵੀ ਗਏ ਨੇ, ਬਾਕੀ ਦੁਰਗਾਣਾ ਮੰਦਿਰ ਵੀ, ਕਿਉਂਕਿ ਜਦੋਂ ਦਾ ਸਿਸਟਮ ਜਿਹਾ ਪਹਿਲਾਂ ਦਰਬਾਰ ਸਾਹਿਬ ਤੇ ਦੁਰਗਾਣਾ ਮੰਦਿਰ,
ਉਸ ਬਾਰੇ ਵੀ ਜ਼ਿਕਰ ਕੀਤਾ ਗਿਆ ਕਿ ਉੱਥੇ ਕੀ ਮਾਹੌਲ ਸੀ, ਦਰਗਾਣਾ ਮੰਦਰ ਕੀ ਮਾਹੌਲ ਸੀ? ਇਹਨਾਂ ਨੇ ਗੋਲਡਨ ਟੈਂਪਲ ਦੇ ਮਾਹੌਲ ਨੂੰ ਬਿਲਕੁਲ ਪੀਸਫੁਲ ਲਿਖਿਆ ਤੇ ਉਹਨਾਂ ਨੇ ਲਿਖਿਆ ਕਿ ਸਾਨੂੰ ਕੋਈ ਵੀ ਉੱਥੇ ਬੰਦਾ ਬੰਦੂਕ ਲੈ ਕੇ ਨਹੀਂ ਦਿਖਿਆ, ਪਰ ਉਹ ਲਿਖਦੇ ਨੇ ਵੀ ਉਹ ਡੈਫੀਨੇਟਲੀ ਉਸ ਵਕਤ ਉਹ ਛੁਪੇ ਹੋਣਗੇ ਬਿਕੋਜ਼ ਗਵਰਨਰ ਹੈ, ਬੜੀ ਹਾਈ ਸਿਕਿਉਰਿਟੀ ਹੈ। ਪਰ ਇਹਨਾਂ ਨੇ ਇਹ ਜ਼ਰੂਰ ਲਿਖਿਆ ਕਿ ਗੋਲਡਨ ਟੈਂਪਲ ਦੇ ਵਿੱਚ ਸਭ ਕੁਝ ਬਹੁਤ ਆਰਡਰਲੀ ਸੀਗਾ, ਬਹੁਤ ਡਿਸਿਪਲਿਨ ਸੀਗਾ, ਜੋ ਉਹਨਾਂ ਨੂੰ ਬਾਕੀ ਜਗ੍ਹਾ ਤੇ ਨਹੀਂ ਮਿਲਿਆ। ਇਹ ਆਰਾਮ ਨਾਲ ਗਏ, ਆਰਾਮ ਨਾਲ ਆਏ। ਬਾਕੀ ਜਗ੍ਹਾ ਤੇ ਡਿਸਪਾਈਟ ਗਵਰਨਰ ਬਹੁਤ ਜ਼ਿਆਦਾ ਧੱਕਿਆ ਮੁੱਕੀ ਹੋਈ ਉਹਨਾਂ ਨੂੰ। ਇੱਕ ਇਹਨਾਂ ਨੇ ਜੋ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਇੰਦਰਾ ਗਾਂਧੀ ਬਾਰੇ ਇਹਨਾਂ ਨੇ ਕੀ ਲਿਖਿਆ, ਸੋ ਇਹਨਾਂ ਨੇ ਕਿਹਾ ਕਿ ਦੈਟ ਇੰਦਰਾ ਗਾਂਧੀ ਦੀ ਪਰਸਨੈਲਿਟੀ ਨੂੰ ਡਿਫਾਈਨ ਕੀਤਾ that there was an element of ruthlessness in facing or removing her adversaries। ਤੇ ਨਾਲ ਉਹਨਾਂ ਨੇ ਇਹ ਵੀ ਲਿਖਿਆ ਹੈਗਾ ਕਿ she introduced what may be called the amoral theory in Indian politics। Power had to be seized and retained। The measures adopted did not really matter। ਇਸ ਤੇ ਬਿਲਕੁਲ ਡੈਮਨਿੰਗ ਉਹਨਾਂ ਦੀ ਹੈਗੀ ਹੈ ਜੀ। ਤਾਂ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਆਪਣੇ ਪਲ ਸਾਂਝੇ ਕੀਤੇ। ਤੇ ਲਾਜ਼ਮੀ ਤੌਰ ਤੇ ਕਿਉਂਕਿ ਬਹੁਤ ਸਾਰੀਆਂ ਕਿਤਾਬਾਂ ਆ ਚੁੱਕੀਆਂ ਨੇ, ਪਰ ਜਿਹੜੀ ਇਹ ਕਿਤਾਬ ਹੈ ਇੱਕ ਗਵਰਨਰ ਦੀ, ਕਿਉਂਕਿ ਗਵਰਨਰ ਕੋਲ ਪਲ ਪਲ ਦੀ ਫੀਡਬੈਕ ਆਉਂਦੀ ਰਹੀ ਉਹਨਾਂ ਦਿਨਾਂ ਦੇ ਵਿੱਚ, ਤੇ ਅਗਰ ਉਹ ਗਵਰਨਰ BD ਪਾਂਡੇ ਜਿਹੜੇ ਇਸ ਸਮੇਂ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ, ਉਹਨਾਂ ਦੀ ਧੀ ਵੱਲੋਂ ਇੱਕ ਕਿਤਾਬ ਲਿਖੀ ਗਈ ਹੈ। ਤੇ ਲਾਜ਼ਮੀ ਤੌਰ ਤੇ ਪਿਛਲੇ 1984 ਨਾਲ ਹੁਣ ਤੱਕ ਕਾਂਗਰਸ ਪਾਰਟੀ ਦੋਸ਼ੀ ਲੋਕਾਂ ਨੇ ਠਹਿਰਾਇਆ ਗਾ, ਔਰ ਜਿਸ ਤਰ੍ਹਾਂ ਦੀ ਉਹਨਾਂ ਨੇ ਕਿਤਾਬ ਦੇ ਵਿੱਚ ਖੁਲਾਸੇ ਕੀਤੇ ਨੇ ਕਿ ਕਿਵੇਂ ਸਿੱਖਾਂ ਨੂੰ ਬਦਨਾਮ ਕੀਤਾ ਗਿਆ, ਔਰ ਕੋਈ ਸਿੱਖਾਂ ਨੇ ਮੌਬ ਬਣ ਕੇ ਹਿੰਦੂਆਂ 'ਤੇ ਅਟੈਕ ਨਹੀਂ ਕੀਤਾ। ਈਵਨ ਕਿ ਇਸ 1978 ਤੋਂ ਲੈ ਕੇ 93-94 ਤੱਕ ਸਭ ਤੋਂ ਵੱਧ ਜੇ ਕੈਜੂਅਲਟੀ ਹੋਈ ਮਾਰੇ ਗਏ ਨੇ ਲੋਕ, ਇਹ ਸਿੱਖ ਮਾਰੇ ਗਏ ਨੇ। ਪਰ ਜਿਹੜੇ ਹਿੰਦੂ ਹਾਰਡ ਲਾਈਨਰ ਨੇ, ਜਾਂ ਖਾਸ ਕਰਕੇ ਜਿਹੜੇ ਦਿੱਲੀ ਬੈਠੇ ਹਾਰਡ ਲਾਈਨਰ ਨੇ, ਹਿੰਦੂ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ, ਉਹਨਾਂ 'ਚ ਇੰਦਰਾ ਗਾਂਧੀ ਵੀ ਹੋ ਸਕਦੀ ਹੈ। ਅਤੇ ਕਿਵੇਂ ਪੰਜਾਬ ਦੇ ਵਿੱਚ ਇਹ ਵੱਡਾ ਕਹਿ ਸਕਦੇ ਦੁਖਾਂਤ ਨੂੰ ਉਹਨਾਂ ਨੇ ਘੜਿਆ ਸੀ, ਔਰ ਕਿਵੇਂ ਇੱਕ ਝੂਠਾ ਫਰਜ਼ੀ ਨਰੇਟਿਵ ਮਾਹੌਲ ਸਿਰਜ ਕੇ ਇਸ ਵੱਡੇ ਕਹਿ ਸਕਦੇ ਕਿ ਘਟਨਾ ਨੂੰ ਅੰਜਾਮ ਦਿੱਤਾ ਸੀ, ਜਿਹੜਾ ਰਹਿੰਦੀ ਦੁਨੀਆ ਤੱਕ ਕਦੇ ਵੀ ਲੋਕ ਮਾਫ ਨਹੀਂ ਕਰਨਗੇ। ਤੁਸੀਂ ਇਸ ਤਰ੍ਹਾਂ ਦੇਖਦੇ ਰਹੋ ਦਾ ਸਮਰ ਨਿਊਜ਼। ਤੁਹਾਡਾ ਬਹੁਤ ਬਹੁਤ ਧੰਨਵਾਦ।